ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀਗਲ ਸਾਹਿਬ ਧੰਨਵਾਦ ਜੀ। ਬਹੁਤ ਦੂਰੋਂ ਦੂਰੋਂ ਸਾਰੇ ਦੋਸਤ ਮਿੱਤਰ ਜਿਹੜੇ ਨੇ ਹਾਜ਼ਰੀ ਲਵਾਉਂਦੇ ਨੇ। ਵਿਨੀਪੈਗ ਤੋਂ ਸਰਾ ਹਰਮੇਲ ਸਿੰਘ ਬਰਾੜ, ਲੈਂਬਰ ਸਿੰਘ ਕੰਗ ਅਤੇ ਰਸਤੇ 'ਚ ਪੋਰਟਲੈਂਡ ਤੋਂ, ਅਤੇ ਜਗਦੀਪ ਸਿੰਘ ਪੰਧੇਰ ਵਿਕਟੋਰੀਆ ਤੋਂ, ਜਗਦੀਪ ਸਿੰਘ ਬਰਾੜ ਜਿਹੜੇ ਹੁਣੇ ਹੀ ਉਹ ਵੀ ਵਿਨੀਪੈਗ ਤੋਂ, ਸਰ ਰਣਜੀਤ ਸਿੰਘ ਢਿੱਲੋਂ ਅਸੋਇਸ ਤੋਂ ਜਾਣਕਾਰੀਆਂ ਜਿਹੜੀਆਂ ਆ ਰਹੀਆਂ ਨੇ ਨਾਲ ਨਾਲ ਦੱਸੀ ਜਾਣਾ। ਅੱਛਾ ਦੱਸਿਓ ਜੀ, ਪੰਜਾਬ ਤੋਂ ਤੁਰਿਆ ਬੱਗੇ ਸ਼ੇਰਾਂ ਦਾ ਜਿਹੜਾ ਕਾਫਲਾ ਹੈ ਉਹ ਜਿੱਤ ਕੇ ਪੰਜਾਬ ਦੀਆਂ ਬਰੂਹਾਂ ਨੂੰ ਮੁੜ ਕੇ ਆਊਗਾ 1-2 ਦਿਨ ਦੇ ਵਿੱਚ। ਅਤੇ ਜਦ ਉਹਨਾਂ ਦੀ ਜਿੱਤ ਦੀ ਗੱਲ ਕਰਦਾ, ਮੈਂ ਪਹਿਲਾਂ ਵੀ ਅੱਗੇ ਵੀ ਗੱਲ ਕਰਦਾ ਕਿ ਜਦ ਰਲ ਕੇ ਕੋਈ ਵੀ ਚੀਜ਼ ਸੁਲ੍ਹਾ ਹੁੰਦੀ ਆ ਤਾਂ ਦੋਨਾਂ ਦਾ ਹੀ ਸਤਿਕਾਰ ਕਰਨਾ ਚਾਹੀਦਾ, ਦੋਨੇ ਧਿਰਾਂ ਦਾ। ਸਰਕਾਰ ਦਾ ਵੀ ਇਹਦੇ ਵਿੱਚ ਧੰਨਵਾਦ ਹੈ ਜਿਹੜੇ ਉਹਨਾਂ ਨੇ ਇਹਨਾਂ ਨੂੰ ਬਿੱਲਾਂ ਨੂੰ ਰੱਦ ਕੀਤਾ, ਉਹ ਜਿਵੇਂ ਵੀ ਕੀਤਾ, ਪਰ ਜਦ ਹੋ ਗਿਆ ਤਾਂ ਫੇਰ ਗਰਜ ਨਹੀਂ ਰੱਖਣ ਦੀ ਲੋੜ। ਅਤੇ ਹੁਣ ਕੀ ਲੇਟੈਸਟ ਆ ਜੀ ਕਿਸਾਨ ਮੋਰਚੇ ਬਾਰੇ? ਜੀ ਗਿੱਲ ਸਾਹਿਬ, ਦੇਖੋ ਜਿਹੜੀ ਕੱਲ੍ਹ ਵੀ ਆਪਾਂ ਗੱਲ ਕੀਤੀ ਸੀਗੀ ਕਿ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਜਿਹੜੇ ਕੁਛ ਮਸਲੇ ਸੀ ਜਿਨ੍ਹਾਂ 'ਚ MSP ਦਾ ਮਸਲਾ ਸੀ, ਜਿਨ੍ਹਾਂ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ੇ ਅਤੇ ਸਰਕਾਰੀ ਨੌਕਰੀਆਂ ਦਾ ਮਸਲਾ ਸੀ, ਇਸ ਤੋਂ ਇਲਾਵਾ ਗਿੱਲ ਸਾਹਿਬ ਜਿਹੜਾ ਕੇਸ ਦਰਜ ਹੋਏ ਸੀ ਕਿਸਾਨਾਂ ਦੇ ਖਿਲਾਫ ਉਹ ਵਾਪਸ ਲੈਣ ਦਾ ਮਸਲਾ ਸੀ, ਇਹ ਤਮਾਮ ਮਸਲਿਆਂ ਦੇ ਉੱਤੇ ਸਹਿਮਤੀ ਲਗਭਗ ਕੱਲ੍ਹ ਹੀ ਬਣ ਗਈ ਸੀ। ਕੱਲ੍ਹ ਜਿਹੜਾ ਭੇਜਿਆ ਸੀਗਾ ਸਰਕਾਰ ਨੇ ਉਹ ਲੈਟਰ ਹੈਡ ਦੇ ਉੱਤੇ ਨਹੀਂ ਸੀਗਾ, ਸਰਕਾਰ ਵਾਲੇ ਦੇ ਉੱਤੇ ਉਹ ਸੀਗਾ ਅਸਲ ਦੇ ਵਿੱਚ ਇੱਕ ਆਮ ਪੇਜ ਦੇ ਉੱਤੇ। ਤਾਂ ਕਿਸਾਨਾਂ ਨੇ ਕਿਹਾ ਕਿ ਘੱਟੋ ਘੱਟ ਜਿਹੜਾ ਸਰਕਾਰੀ ਲੈਟਰ ਹੈਡ ਦੇ ਉੱਤੇ ਇਹ ਅਧਿਕਾਰਤ ਤਜਵੀਜ਼ ਆ ਜਿਹੜੀ ਉਹ ਆਉਣੀ ਚਾਹੀਦੀ ਆ, ਉਸ ਤੋਂ ਬਾਅਦ ਇਹ ਅੰਦੋਲਨ ਆ ਜਿਹੜਾ ਉਹਨੂੰ ਮੁਲਤਵੀ ਕੀਤਾ ਜਾਊਗਾ। ਤਾਂ ਅੱਜ ਦਿਨੇ ਜਿਹੜੀ ਕਿਸਾਨਾਂ ਦੇ ਕੋਲੇ ਸਰਕਾਰ ਦੇ ਵੱਲੋਂ ਅਧਿਕਾਰਤ ਲੈਟਰ ਹੈਡ ਦੇ ਉੱਤੇ ਤਜਵੀਜ਼ ਆ ਜਿਹੜੀ ਉਹ ਪਹੁੰਚੀ ਹੈ, ਔਰ ਉਹ ਪਹੁੰਚਣ ਦੇ ਨਾਲ ਗਿੱਲ ਸਾਹਿਬ ਉਹਦੇ ਉੱਤੇ ਸਾਫ਼ ਤੇ ਸਪਸ਼ਟ ਜਿਹੜੇ 5 ਬਿੰਦੂ ਜਿਨ੍ਹਾਂ ਦੇ ਉੱਤੇ ਸਹਿਮਤੀ ਬਣੀ ਹੈ ਉਹਨਾਂ ਬਾਰੇ ਲਿਖਿਆ ਹੋਇਆ ਗਾ। ਸਭ ਤੋਂ ਪਹਿਲੀ ਜਿਹੜੀ ਕਿਸਾਨਾਂ ਦੀ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਮੰਗ ਸੀ ਕਿ MSP ਦੇ ਉੱਤੇ ਪ੍ਰਧਾਨ ਮੰਤਰੀ ਨੇ ਆਪ ਅਤੇ ਬਾਅਦ ਦੇ ਵਿੱਚ ਖੇਤੀ ਮੰਤਰੀ ਨੇ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ, ਔਰ ਇਸ ਕਮੇਟੀ 'ਚ ਕੇਂਦਰ ਸਰਕਾਰ ਦਾ ਨੁਮਾਇੰਦਾ ਹੋਊ, ਸੂਬਾ ਸਰਕਾਰ ਦੇ ਨੁਮਾਇੰਦੇ ਹੋਣਗੇ ਅਤੇ ਕਿਸਾਨ ਸੰਗਠਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ 5 ਨੁਮਾਇੰਦੇ ਨੇ ਉਹ ਸ਼ਾਮਲ ਹੋਣਗੇ। ਬਕਾਇਦਾ ਲਿਖ ਕੇ ਜਿਹੜਾ ਉਹ ਦਿੱਤਾ ਗਿਆ, ਔਰ ਨਾਲ ਇਹ ਮੈਨਸ਼ਨ ਕੀਤਾ ਹੋਇਆ ਗਾ ਕਿ ਕਮੇਟੀ ਦਾ ਇੱਕ ਮੈਂਡੇਟ ਹੋਵੇਗਾ ਕਿ ਦੇਸ਼ ਦੇ ਕਿਸਾਨਾਂ ਨੂੰ MSP ਮਿਲਣਾ ਕਿਸ ਤਰ੍ਹਾਂ ਤੈਅ ਕੀਤਾ ਜਾਵੇ। ਸਰਕਾਰ ਗੱਲਬਾਤ ਦੌਰਾਨ ਪਹਿਲਾਂ ਹੀ ਭਰੋਸਾ ਦੇ ਚੁੱਕੀ ਆ ਕਿ ਦੇਸ਼ 'ਚ MSP ਤੇ ਖਰੀਦ ਵਾਲੀ ਜਿਹੜੀ ਮੌਜੂਦਾ ਸਥਿਤੀ ਆ ਉਹ ਜਾਰੀ ਰਹੂਗੀ, ਇਹ ਲਿਖਿਆ ਹੋਇਆ ਬਕਾਇਦਾ। ਦੂਜਾ ਜਿਹੜਾ ਪੁਆਇੰਟ ਉਹਦੇ ਵਿੱਚ ਲਿਖਿਆ ਹੋਇਆ ਕਿ ਕਿਸਾਨ ਅੰਦੋਲਨ ਦੌਰਾਨ ਜਿਹੜੇ ਕੇਸ ਦਰਜ ਹੋਏ ਨੇ, ਯਾਨੀ ਕਿ ਜਿੱਥੇ ਜਿੱਥੇ BJP ਦੀ ਸਰਕਾਰ ਆ, ਉਹ ਕਹਿੰਦੇ UP, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਰਿਆਣਾ, ਉੱਥੇ ਅਸੀਂ ਤਤਕਾਲ ਪ੍ਰਭਾਵ ਦੇ ਨਾਲ ਸਾਰੇ ਕੇਸ ਵਾਪਸ ਲੈਂਦੇ ਹਾਂ, ਔਰ ਜਿਹੜੇ ਸੂਬਿਆਂ ਦੇ ਵਿੱਚ BJP ਦੀ ਸਰਕਾਰ ਨਹੀਂ ਉੱਥੇ ਅਪੀਲ ਕਰਦੇ ਆ ਕਿ ਉਹਨਾਂ ਨੂੰ ਵਾਪਸ ਲਿਆ ਜਾਵੇ। ਪੰਜਾਬ 'ਚ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਆ। ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਕਿਹਾ ਗਾ ਗਿੱਲ ਸਾਹਿਬ ਕਿ ਦਿੱਲੀ ਔਰ ਹੋਰ ਜਿਹੜੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਜਿੱਥੇ ਵੀ ਕੇਸ ਦਰਜ ਹੋਏ ਨੇ ਉਹਨਾਂ ਸਾਰਿਆਂ ਨੂੰ ਵਾਪਸ ਲਿਆ ਜਾਊ, ਯਾਨੀ ਕਿ 26 ਜਨਵਰੀ ਦੇ ਟੋਟਲ ਕੇਸ ਨੇ ਜਿਹੜੇ ਉਹ ਵਾਪਸ ਲੈਣ ਦੇ ਉੱਤੇ ਵੀ ਉਹਨਾਂ ਨੇ ਲਿਖਤੀ ਭਰੋਸਾ ਦਿੱਤਾ ਗਾ। ਤੀਜਾ ਪੁਆਇੰਟ ਜਿਹੜਾ ਮੁਆਵਜ਼ੇ ਦਾ, ਉਹ ਕਹਿੰਦੇ ਹਰਿਆਣਾ UP ਸਰਕਾਰ ਨੇ ਸਿਧਾਂਤਕ ਸਹਿਮਤੀ ਦੇ ਦਿੱਤੀ ਆ, ਔਰ ਜਿਹੜਾ ਪੰਜਾਬ ਵਾਲਾ ਮਾਡਲ ਹੈ ਜਿਹਦੇ 'ਚ 5 ਲੱਖ ਰੁਪਇਆ ਤੇ ਇੱਕ ਸਰਕਾਰੀ ਨੌਕਰੀ ਉਹ ਉੱਥੇ ਲਾਗੂ ਹੋਊਗਾ, ਇਹ ਕਿਸਾਨਾਂ ਨੂੰ ਉਹਨਾਂ ਨੇ ਬਕਾਇਦਾ ਕਿਹਾ ਗਾ। ਔਰ ਜੋ ਲਿਖ ਕੇ ਦਿੱਤਾ ਉਹਦੇ ਵਿੱਚ ਲਿਖਿਆ ਇਹੀ ਆ ਕਿ ਹਰਿਆਣਾ ਤੇ UP ਸਰਕਾਰ ਨੇ ਸਿਧਾਂਤਕ ਸਹਿਮਤੀ ਦੇ ਦਿੱਤੀ ਆ। ਚੌਥਾ ਜਿਹੜਾ ਪੁਆਇੰਟ ਗਿੱਲ ਸਾਹਿਬ ਉਹਦੇ ਵਿੱਚ ਲਿਖਿਆ ਹੋਇਆ ਉਹ ਇਹ ਹੈ ਕਿ ਬਿਜਲੀ ਬਿੱਲ ਆ ਜਿਹੜਾ ਬਿਜਲੀ ਸੋਧ ਬਿੱਲ 2020 ਇਹਨਾਂ ਨੇ ਲੈ ਕੇ ਆਉਣਾ ਸੀ, ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਪਹਿਲਾਂ ਚਰਚਾ ਕਰਾਂਗੇ, ਉਸ ਤੋਂ ਬਾਅਦ ਲੈ ਕੇ ਆਵਾਂਗੇ। ਦੈਟ ਮੀਨਸ ਕਿ ਆਪਣੀਆਂ ਮੋਟਰਾਂ ਨੂੰ ਜਿਹੜਾ ਬਿਜਲੀ ਫ੍ਰੀ ਮਿਲਦੀ ਆ, ਜੋ ਸਬਸਿਡੀ ਮਿਲਦੀ ਆ MSP ਨਾ ਮਿਲਣ ਕਰਕੇ, ਉਹ ਜਾਰੀ ਰਹੂਗੀ। ਔਰ ਪੰਜਵਾਂ ਜਿਹੜਾ ਪੁਆਇੰਟ ਆ ਗਿੱਲ ਸਾਹਿਬ ਉਹ ਇਹ ਆ ਕਿ ਜਿਹੜਾ ਪਰਾਲੀ ਦੇ ਮਸਲੇ ਦੇ ਉੱਤੇ ਕਾਨੂੰਨ ਲਿਆਏ ਆ ਉਹਦੇ ਵਿੱਚ ਜਿਹੜੀ ਧਾਰਾ 14 ਤੇ 15 ਉਹਦੇ ਵਿੱਚ ਜਿਹੜਾ ਕਿਸਾਨ ਨੂੰ ਵੀ ਅੱਗ ਲਾਉਣ ਦੇ ਉੱਤੇ ਕ੍ਰਿਮੀਨਲ ਜਿਹੜੀ ਲਾਇਬਿਲਟੀ ਆ ਉਹਦੇ ਵਿੱਚ ਰੱਖਿਆ ਗਿਆ ਗਾ। ਉਹ ਲਿਖ ਕੇ ਬਕਾਇਦਾ ਦਿੱਤਾ ਕਿ ਧਾਰਾ 14 ਤੇ 15 ਦੇ ਵਿੱਚ ਜਿਹੜਾ ਕ੍ਰਿਮੀਨਲ ਲਾਇਬਿਲਟੀ ਆ ਉਹਦੇ ਤੋਂ ਕਿਸਾਨ ਨੂੰ ਕੱਢ ਦਿੱਤਾ ਜਾਊ, ਕਿਸਾਨ ਨੂੰ ਉਹਦੇ ਵਿੱਚ ਨਹੀਂ ਸ਼ਾਮਲ ਕੀਤਾ ਜਾਊ। ਸੋ ਇਹ 5 ਚੀਜ਼ਾਂ ਜਿਹੜੀਆਂ ਉਹ ਲਿਖ ਕੇ ਦਿੱਤੀਆਂ ਨੇ ਤੇ ਇਹ ਕਿਸਾਨ ਅੰਦੋਲਨ ਦੀ ਜਿੱਤ ਹੈ, ਔਰ ਕਿਸਾਨਾਂ ਨੇ ਬਕਾਇਦਾ ਅੱਜ ਫਤਿਹ ਅਰਦਾਸ ਆ ਜਿਹੜੀ ਉਹ ਕਰ ਦਿੱਤੀ ਹੈ, ਅੰਦੋਲਨ ਸਮਾਪਤ ਕਰ ਦਿੱਤਾ ਗਾ ਦਿੱਲੀ ਦੇ ਬਾਰਡਰਾਂ ਦੇ ਉੱਤੇ। ਔਰ ਅੰਦੋਲਨ ਸਮਾਪਤੀ ਦੇ ਨਾਲ ਇਹ ਕਿਹਾ ਗਿਆ ਕਿ ਹੁਣ
ਕੱਲ ਨੂੰ ਗਿੱਲ ਸਾਹਿਬ ਦੇਖੋ ਸਟੇਜ ਤਾਂ ਸਮਾਪਤ ਕਰ ਦਿੱਤੀ ਹੈ, ਅਰਦਾਸ ਬਕਾਇਦਾ ਹੋ ਚੁੱਕੀ ਹੈ ਸਮਾਪਤੀ ਦੀ, ਔਰ ਉੱਥੋਂ ਅੰਦੋਲਨ ਜਿਹੜਾ ਉਹ ਮੁਅੱਤਲ ਹੋ ਗਿਆ ਗਾ ਇੱਕ ਹਿਸਾਬ ਨਾਲ, ਕਿਉਂਕਿ ਸਮਾਪਤ ਇਸ ਕਰਕੇ ਨਹੀਂ ਕਿ ਇਹ ਤਾਂ ਚੱਲਣਾ ਹੈ ਸੰਘਰਸ਼ ਅਜੇ ਤਾਂ। ਇੱਕ ਜਿਹੜੇ ਖੇਤੀ ਕਾਨੂੰਨ ਨੇ ਉਹ ਵਾਪਸ ਲਏ ਨੇ, MSP ਦੇ ਉੱਤੇ ਕਮੇਟੀ ਬਣਨੀ ਹੈ, ਕਮੇਟੀ ਬਣਨ ਤੋਂ ਬਾਅਦ MSP ਕਿਵੇਂ ਮਿਲਣੀ ਹੈ ਇਹ ਵੱਡਾ ਮਸਲਾ ਗਾ, ਇਹ ਤੇ ਐਜੂਕੇਸ਼ਨ ਚੱਲੂ, ਲੰਬੀ ਚੱਲੂ, ਪਰ ਉਹ ਹੁਣ ਉੱਥੋਂ ਮੁਲਤਵੀ ਕਰਕੇ ਪੰਜਾਬ ਆਉਣਗੇ। ਉਹਦੇ ਲਈ ਕੱਲ੍ਹ ਨੂੰ ਦਾ ਸਮਾਂ ਦਿੱਤਾ ਗਿਆ ਇੱਕ ਦਿਨ ਦਾ, ਜਿਹੜਾ 10 ਦਸੰਬਰ ਦਾ ਸਮਾਂ, ਇਸ ਕਰਕੇ ਕਿਸਾਨਾਂ ਨੂੰ ਉੱਥੇ ਦਿੱਤਾ ਗਿਆ ਹੈਗਾ ਕਿ 10 ਦਸੰਬਰ ਨੂੰ ਜਿੰਨੇ ਵੀ ਉੱਥੇ ਗਿੱਲ ਸਾਹਿਬ ਜਿਹੜੀਆਂ ਝੋਪੜੀਆਂ ਪਾਈਆਂ ਹੋਈਆਂ, ਕਈ ਤਾਂ ਪੱਕੇ ਮਕਾਨ ਬਣੇ ਹੋਏ ਨੇ ਇੱਟਾਂ ਦੇ, ਔਰ ਉਹ ਸਾਰਾ ਕੁਛ ਜਿਹੜਾ ਉਹ ਸਮੇਟਿਆ ਜਾਊਗਾ। ਜਿੰਨਾ ਉੱਥੇ ਆਸ-ਪਾਸ ਜਿਹੜਾ ਉੱਥੇ ਗਿੱਲ ਸਾਹਿਬ ਸਮਾਨ ਪਿਆ ਗਾ ਜਿਹਦੇ ਵਿੱਚ ਕੁਛ ਮਤਲਬ ਗੰਦਗੀ ਵੀ ਫੈਲੀ ਹੋਈ ਆ, ਉਹ ਸਾਰੀ ਸਾਫ਼ ਕੀਤੀ ਜਾਊ ਕਿ ਇਹ ਨਾ ਉੱਥੇ ਦੇ ਲੋਕਾਂ ਨੂੰ ਲੱਗੇ ਕਿ ਕਿਸਾਨ ਆਏ ਸੀ ਇੱਥੇ ਸਾਲ ਮੋਰਚਾ ਲਾਇਆ ਸੀ ਔਰ ਆਹ ਗੰਦਗੀ ਫੈਲ ਗਈ, ਤੇ ਕੱਲ ਨੂੰ ਉੱਥੇ ਗੋਦੀ ਮੀਡੀਆ ਕਿਤੇ ਕੈਮਰੇ ਚੱਕੀ ਫਿਰੇ ਕਿ ਆਹ ਦੇਖੋ ਜੀ ਇੱਥੇ ਆਹ ਗੰਦਗੀ ਫੈਲ ਗਈ। ਕੱਲ ਨੂੰ ਉਹ ਸਾਰਾ ਸਾਫ਼ ਕਰਨਾ ਹੈ, ਔਰ 11 ਦਸੰਬਰ ਨੂੰ ਸਵੇਰੇ 9 ਵਜੇ ਉੱਥੋਂ ਜਿਹੜਾ ਉਹ ਮਾਰਚ ਸ਼ੁਰੂ ਕਰਨਾ ਹੈ, ਔਰ ਪੰਜਾਬ ਵੱਲ ਨੂੰ ਜਿਹੜਾ ਉਹ ਮਾਰਚ ਉਧਰੋਂ ਉੱਤਰ ਪ੍ਰਦੇਸ਼ ਵੱਲ ਨੂੰ, ਉਧਰੋਂ ਹਰਿਆਣੇ ਵੱਲ ਨੂੰ, ਉਧਰੋਂ ਗਿੱਲ ਸਾਹਿਬ ਰਾਜਸਥਾਨ ਵੱਲ ਨੂੰ, ਤਾਂ ਉਹ ਤਮਾਮ ਮਾਰਚ ਆ ਜਿਹੜੇ 11 ਨੂੰ ਉਹ ਚੱਲਣਗੇ। ਉਸ ਤੋਂ ਬਾਅਦ 13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਨਤਮਸਤਕ ਹੋਣਗੇ ਔਰ ਉੱਥੇ ਅਰਦਾਸ ਕਰਾਉਣਗੇ, ਔਰ 13 ਦਸੰਬਰ ਨੂੰ ਦਰਬਾਰ ਸਾਹਿਬ 32 ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚਣਗੇ। ਪੰਜਾਬ ਦੇ ਮੋਰਚੇ ਜਾਰੀ ਰਹਿਣਗੇ। 15 ਦਸੰਬਰ ਨੂੰ ਜਿਹੜੇ ਪੰਜਾਬ 'ਚ ਚੱਲਦੇ ਤਮਾਮ ਮੋਰਚੇ ਨੇ, ਟੋਲ ਪਲਾਜ਼ਿਆਂ ਦੇ ਉੱਤੇ, BJP ਆਗੂਆਂ ਦੇ ਘਰਾਂ ਦੇ ਬਾਹਰ, ਰਿਲਾਇੰਸ ਦੇ ਪੈਟਰੋਲ ਪੰਪਾਂ ਅੱਗੇ, ਰਿਲਾਇੰਸ ਦੇ ਸ਼ਾਪਿੰਗ ਮਾਲਸ ਅੱਗੇ, ਉਹ ਸਾਰੇ 15 ਦਸੰਬਰ ਨੂੰ ਚੱਕੇ ਜਾਣਗੇ। ਯਾਨੀ ਕਿ 16 ਦਸੰਬਰ ਤੋਂ ਟੋਲ ਪਲਾਜ਼ੇ ਸ਼ੁਰੂ ਹੋਣਗੇ, ਟੋਲ ਪੰਜਾਬੀਆਂ ਨੂੰ ਦੁਬਾਰੇ ਭਰਨਾ ਪਊਗਾ। ਇਹ ਜ਼ਰੂਰ ਪੰਜਾਬ ਵਾਲਿਆਂ ਨੂੰ ਗਿੱਲ ਸਾਹਿਬ ਇੱਕ ਗੱਲ ਕਿ ਉਹਨਾਂ ਆਦਤ ਪੈ ਗਈ ਸੀ ਨਾ, ਸਾਲ ਤੋਂ ਉੱਤੇ 1.5 ਸਾਲ ਦੇ ਵਾਂਗੂ ਹੋ ਗਿਆ ਟੋਲ ਪਲਾਜ਼ਾ ਮੂਹਰੇ ਬੈਠਿਆਂ ਨੂੰ, ਤਾਂ ਛੂਹ ਦੇ ਕੇ ਜਾਂਦੀਆਂ ਗੱਡੀਆਂ ਔਰ ਪੰਜਾਬੀਆਂ ਦੀਆਂ, ਤੇ ਹੁਣ ਉੱਥੇ ਜਦੋਂ ਰੁਕ ਕੇ ਘੱਟੋ ਘੱਟ ਪਰਚੀ ਕਟਾਉਣੀ ਪਿਆ ਕਰੂ। ਹੁਣ ਤਾਂ ਸ਼ਾਇਦ ਮਹਿੰਗਾ ਵੀ ਕਰ ਦੇਣ ਉਹਨਾਂ ਨੇ ਵੀ, ਮਤਲਬ ਆਪਦੇ ਪਿਛਲੇ ਸਮੇਂ ਵਾਲਾ ਕੱਢਣਾ, ਤਾਂ ਮਹਿੰਗਾ ਵੀ ਹੋ ਜੂ। ਉਦੋਂ ਜ਼ਰੂਰ ਕਿਸਾਨ ਯਾਦ ਆਇਆ ਕਰਨਗੇ, ਉਦੋਂ ਜੋ ਵੀ ਉੱਥੋਂ ਲੰਘਿਆ ਕਰੂ ਪਰਚੀ ਕਟਾਇਆ ਕਰੂ, ਕਿਉਂਕਿ ਹੁਣ ਤੱਕ ਉਹ ਵੀ ਫ੍ਰੀ ਲੰਘਦੇ ਸੀ ਜਿਹੜੇ ਕਿਸਾਨਾਂ ਅੰਦੋਲਨ ਦੇ ਪੱਖ 'ਚ ਨਹੀਂ ਸੀ, ਉਹ ਵੀ ਫ੍ਰੀ ਲੰਘਦੇ ਸੀ ਜਿਹੜੇ ਕਿਸਾਨਾਂ ਨੂੰ ਗਾਲਾਂ ਕੱਢਦੇ ਸੀ। ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸੀ ਉਹ ਵੀ ਫ੍ਰੀ ਲੰਘਦੇ ਸੀ ਉੱਥੋਂ ਦੀ, ਉਹ ਕਿਹੜਾ ਖੜ ਕੇ ਕਹਿੰਦੇ ਸੀ ਵੀ ਆਹ ਲੈ ਮੈਂ ਤਾਂ ਪਰਚੀ ਕਟਾਊਂਗਾ, ਮੈਂ ਨਹੀਂ ਹਟਦਾ ਪਰਚੀ ਕਟਾਉਣੋਂ, ਉੱਥੋਂ ਸਾਰੇ ਹੀ ਫ੍ਰੀ ਲੰਘਦੇ ਸੀ। ਤਾਂ ਹੁਣ ਉਹਨਾਂ ਸਾਰਿਆਂ ਨੂੰ ਕਿਸਾਨਾਂ ਦੀ ਯਾਦ ਆਊਗੀ, ਔਰ ਇਹ ਬੜਾ ਸੋਹਣਾ ਤੇ ਬੜਾ ਸੁਹਾਵਣਾ ਗਿੱਲ ਸਾਹਿਬ ਵੈਸੇ ਤਾਂ ਕੱਲ੍ਹ ਹੀ ਲਗਭਗ ਤੈਅ ਹੋ ਚੁੱਕਿਆ ਸੀ, ਸੋ ਅੱਜ ਇਹਨੂੰ ਸਮੇਟਿਆ ਗਿਆ, ਅੱਜ ਅਰਦਾਸ ਹੋਈ ਹੈ, ਔਰ ਅੱਜ ਜਿਹੜਾ ਇਹ ਸਮਾਪਤੀ ਕੀਤੀ ਗਈ ਹੈ ਦਿੱਲੀ ਦੇ ਬਾਰਡਰਾਂ ਤੋਂ। ਤਾਂ ਹੁਣ ਇਹਦੇ 'ਚ 2-3 ਚੀਜ਼ਾਂ ਨੇ ਗਿੱਲ ਸਾਹਿਬ, ਆਪਾਂ ਕਿਉਂਕਿ ਹੁਣ ਲਗਾਤਾਰ ਚਰਚਾ ਇਹਦੇ ਤੇ ਕਰਦੇ ਰਹਾਂਗੇ। ਇੱਕ ਤਾਂ ਇਹ ਕਿ 700 ਕਿਸਾਨਾਂ ਦੀ ਜਿਹੜੀ ਸ਼ਹਾਦਤ ਹੋਈ ਹੈ, ਉਹ 700 ਕਿਸਾਨਾਂ ਦੀ ਸ਼ਹਾਦਤ ਅਜਾਈ ਨਾ ਜਾਵੇ, ਔਰ ਉਹਦੇ ਤੇ ਕੋਈ ਰੋਟੀਆਂ ਵੀ ਨਾ ਸੇਕੇ ਹੁਣ ਪੰਜਾਬ ਆ ਕੇ ਉਸ ਰੂਪ ਦੇ ਵਿੱਚ ਵੀ ਅਸੀਂ ਤਾਂ ਜੀ ਆਹ ਕਰ ਲਿਆ, ਉਹ ਕਰ ਲਿਆ, ਆਹ ਪ੍ਰਾਪਤੀ ਹੈ, ਇਹਦੇ ਤੇ ਵੀ ਸਾਨੂੰ ਗੌਰ ਰੱਖਣ ਦੀ ਲੋੜ ਹੈ। ਦੂਸਰਾ ਇਹ ਹੈਗਾ ਕਿ ਇਹ ਜਿਹੜਾ ਅੰਦੋਲਨ ਹੈ ਬਹੁਤ ਸ਼ਾਨਦਾਰ ਅੰਦੋਲਨ ਰਿਹਾ, ਔਰ ਇਸ ਅੰਦੋਲਨ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਦਾ, NRI ਦਾ ਬਹੁਤ ਵੱਡਾ ਯੋਗਦਾਨ ਆ। ਪ੍ਰਵਾਸੀ ਪੰਜਾਬੀਆਂ ਨੇ ਗਿੱਲ ਸਾਹਿਬ ਜਦੋਂ ਮਨਪ੍ਰੀਤ ਬਾਦਲ ਆਇਆ ਸੀ ਪੀਪਲਜ਼ ਪਾਰਟੀ ਪੰਜਾਬ ਲੈ ਕੇ, ਉਦੋਂ ਵੀ ਦਿਲ ਖੋਲ ਕੇ ਮਦਦ ਕੀਤੀ ਸੀ, ਔਰ ਜਦੋਂ ਉਦੋਂ ਪਹਿਲਾਂ ਰਾਮੂਵਾਲੀ ਆਇਆ ਸੀ ਲੋਕ ਭਲਾਈ ਪਾਰਟੀ ਲੈ ਕੇ, ਉਦੋਂ ਵੀ ਮਦਦ ਕੀਤੀ ਸੀ। ਜਦੋਂ ਆਮ ਆਦਮੀ ਪਾਰਟੀ 2017 ਦੀ ਇਲੈਕਸ਼ਨ ਵਿੱਚ ਆਈ ਸੀ ਉਦੋਂ ਵੀ ਮਦਦ ਕੀਤੀ ਸੀ, 3 ਵਾਰ ਮਦਦ ਕੀਤੀ ਸੀ, ਔਰ ਪ੍ਰਵਾਸੀ ਪੰਜਾਬੀ ਨਿਰਾਸ਼ ਹੋ ਗਏ ਸੀ ਵੀ ਅਸੀਂ ਆਏ ਵਾਰ ਮਦਦ ਕਰਦੇ ਹਾਂ, ਸਾਨੂੰ ਜਿਹੜਾ ਉਹ ਬੂਰ ਨਹੀਂ ਪੈਂਦਾ ਸਾਡੀ ਗੱਲ ਨੂੰ, ਪੰਜਾਬ ਵਾਲੇ ਸਾਡੀ ਗੱਲ ਮੰਨਦੇ ਨਹੀਂ, ਇਹਨਾਂ ਨੂੰ ਰੰਜ ਸੀ, ਗੁੱਸਾ ਸੀ। ਤਾਂ ਐਤਕੀ ਉਹ ਦੂਰ ਹੋ ਗਿਆ। ਖੇਤੀ ਕਾਨੂੰਨਾਂ ਦੀ ਜਿੱਤ ਦੇ ਨਾਲ ਪ੍ਰਵਾਸੀ ਪੰਜਾਬੀਆਂ ਨੂੰ ਵੀ ਪਤਾ ਲੱਗ ਗਿਆ ਕਿ ਸਾਡੇ ਕਹੇ ਤੋਂ ਸਾਡੇ ਪਿੰਡਾਂ ਦੇ ਲੋਕ ਜਿਹੜੇ ਉਹਨਾਂ ਨੇ ਗੱਲ ਮੰਨੀ, ਦਿੱਲੀ ਦੇ ਬਾਰਡਰਾਂ ਦੇ ਉੱਤੇ ਪਹਿਰੇ ਦਿੱਤੇ, ਔਰ ਪ੍ਰਵਾਸੀ ਪੰਜਾਬੀਆਂ ਨੇ ਦਿਲ ਖੋਲ ਕੇ ਆਰਥਿਕ ਮਦਦ ਭੇਜੀ। ਸੋ ਹੁਣ ਉਹਨਾਂ ਦੀ ਵੀ ਜਿੱਤ ਹੈ ਜੀ। ਬਿਲਕੁਲ ਜੀ, ਅੰਦੋਲਨ ਤੋਂ ਬਾਅਦ ਬਹੁਤ ਔਖੇ ਹੋਣਗੇ ਜਿਹੜੇ ਬਾਰਡਰਾਂ 'ਤੇ ਜਿਨ੍ਹਾਂ ਨੂੰ 3 ਖੂੰਜੇ ਪਰੌਠੇ ਅਤੇ ਦੁੱਧ ਅਤੇ ਚਾਹਾਂ ਪ੍ਰਸ਼ਾਦੇ ਮਾਲਸ਼ਾਂ ਕਰ ਕਰਕੇ ਸਰਵਾਈਕਲ ਸਹੀ ਕਰਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਸੇਵਾ ਕੀਤੀ, ਯਾਦ ਆਉਣਗੇ ਹੁਣ ਸਾਲ ਬਾਅਦ। ਇਹ ਨਹੀਂ ਅਸੀਂ ਚਿੱਗਤ ਨਹੀਂ ਕਰਦਾ, ਮੈਂ ਉਹਨਾਂ ਦੇ ਦੁੱਖ 'ਚ ਸ਼ਾਮਲ ਹਾਂ ਵੀ ਜਿਨ੍ਹਾਂ ਨੂੰ ਪ੍ਰਸ਼ਾਦੇ ਪਾਣੀ ਖੁੱਲ੍ਹੇ ਮਿਲੇ, ਹੁਣ ਉਹ ਦੁਖੀ ਹੋਣਗੇ ਜਦ ਉੱਥੋਂ ਕੌਮ ਘਰ ਨੂੰ ਤੁਰੂਗੀ। ਨਾਲ ਜਿਹੜੀ ਤੁਸੀਂ ਕਿਹਾ ਕੰਨੇ ਜਿਹੜੇ ਭੁਰ ਗਏ ਬਾਹਰਲੇ ਪ੍ਰਦੇਸੀਆਂ ਦੇ ਪੈਸੇ ਇਕੱਠੇ ਕਰਕੇ ਦਿੱਤੇ ਅਤੇ ਮੁੜ ਕੇ ਪਾਰਟੀਆਂ ਨੇ ਵਫਾ ਨਾ ਕੀਤੀ, ਉਹ ਵੀ ਦੁੱਖ ਹੈ। ਬਾਕੀ ਕਿਸਾਨਾਂ ਦੇ ਲਈ
ਕੀਤਾ ਜਿਹੜਾ ਚੰਦਾ ਇਕੱਠਾ ਸ਼ੇਰੇ ਪੰਜਾਬ ਤੇ ਉਹਦਾ ਵੀ ਵਫਦ ਛੇਤੀ ਪੰਜਾਬ ਆ ਰਿਹਾ। ਤੁਹਾਡੀ ਡਿਊਟੀ ਲੱਗੇਗੀ, ਲਿਸਟਾਂ ਜਿਹੜੀਆਂ ਤੁਸੀਂ ਬਣਾਉਣੀਆਂ ਨੇ ਤੁਹਾਡੇ ਰਾਹੀਂ ਉਹ ਰਕਮ ਪਹੁੰਚੇਗੀ। ਜਿਵੇਂ ਜਿਵੇਂ ਤੁਸੀਂ ਸੈੱਟ ਕਰਨੀ ਹੈ, ਤੁਸੀਂ ਇਨਵੋਲਵ ਸੀ ਨਾਲ, ਅਤੇ ਇਹ ਉੱਥੇ ਦੀ ਸਟੇਜ 'ਤੇ ਬੋਲਿਆ ਗਿਆ ਵੀ ਸ਼ੇਰੇ ਪੰਜਾਬ ਦੇ ਚੰਦੇ ਇਕੱਠੇ ਕੀਤੇ ਜਿਹੜੇ ਜਿਹੜੇ ਸ਼ਹੀਦ ਹੋ ਗਏ ਕਿਸਾਨ ਨੇ ਉਹਨਾਂ ਤੱਕ, ਕਿਉਂਕਿ ਫਲਾਈਟਾਂ ਬੰਦ ਹੋ ਗਈਆਂ, ਕੋਵਿਡ ਦਾ ਰੌਲਾ ਪੈ ਗਿਆ ਸੀ, ਆ ਨਾ ਹੋਇਆ। ਪਰ ਉਹਨਾਂ ਦੀ ਸਾਰਿਆਂ ਦੀ ਇੱਥੇ ਜਿਨ੍ਹਾਂ ਨੇ ਤਿਲ ਫੁੱਲ ਦਿੱਤਾ ਅਮਾਨਤ ਸਾਂਝੀ ਪਈ ਹੈ, ਅਤੇ ਛੇਤੀ ਪੰਜਾਬ ਜਿਹੜਾ ਆਪਣੇ ਰੇਡੀਓ ਜਿਨ੍ਹਾਂ ਦੀ ਡਿਊਟੀ ਲਾਏਗਾ ਉਹ ਪਹੁੰਚਣਗੇ। ਅੱਛਾ ਪਤੀ ਸਾਹਿਬ, ਇੱਕ ਦੱਸਿਓ, ਸਾਈਕਲਾਂ ਸਕੂਟਰਾਂ ਵਾਲਿਆਂ ਨੂੰ ਜਦ ਇਨੋਵਾ 'ਤੇ ਚੜ੍ਹਾਤਾ ਆਮ ਆਦਮੀ ਪਾਰਟੀ ਨੇ, ਹੁਣ ਝਾਤ ਕਹਿ ਕੇ ਜਿਹੜੇ ਜਾ ਰਹੇ ਨੇ, ਮਾਸਟਰ ਬਲਦੇਵ ਸਿੰਘ ਕਹਿੰਦਾ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ, ਕਿਹਨੇ ਝਾਤ ਕਹਿਤਾ ਤੇ ਕਿਹੜੀ ਪਾਰਟੀ ਜਾਣਗੇ ਹੁਣ? ਜੀ ਗਿੱਲ ਸਾਹਿਬ, ਇਹਨਾਂ ਅਸਲ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਵੀ ਸਾਡੇ ਕਣੀ ਨੂੰ ਸਾਰੇ ਆਉਣ ਨੂੰ ਤਿਆਰ ਨੇ ਬਾਕੀ ਪਾਰਟੀਆਂ ਵਾਲੇ। ਕਾਂਗਰਸ ਵਾਲਿਆਂ ਦੀ ਕਹਿੰਦੇ ਲਾਈਨ ਆ, ਪਰ ਅਸੀਂ ਨਹੀਂ ਕਰਦੇ ਕਹਿੰਦੇ ਬਾਕੀ ਪਾਰਟੀਆਂ ਨੂੰ, ਅਸੀਂ ਕੀ ਕਰਾਉਣਾ ਇਹਨਾਂ ਤੋਂ, ਅਸੀਂ ਬਾਕੀ ਪਾਰਟੀਆਂ ਵਾਲੇ ਵਿਧਾਇਕ ਲੈਂਦੇ ਹੀ ਨਹੀਂ ਆਪਦੀ ਪਾਰਟੀ 'ਚ। ਪਰ ਗੱਲ ਦੂਜੇ ਪਾਸੇ ਨੂੰ ਆ ਵੀ ਉਹਨਾਂ ਦੀ ਪਾਰਟੀ 'ਚੋਂ ਲਾਈਨਾਂ ਲੱਗ ਰਹੀਆਂ ਨੇ, ਕਦੇ ਰੂਬੀ, ਕਦੇ ਜੱਗਾ ਹਿੱਸੋਵਾਲ। ਪਿਛਲੇ ਦਿਨਾਂ ਦੇ ਵਿੱਚ ਕਮਰ ਸੰਧੂ ਹੋਰੀ ਕਹਿੰਦੇ ਵੀ ਨਹੀਂ ਮੈਂ ਤਾਂ ਇਲੈਕਸ਼ਨ ਹੀ ਨਹੀਂ ਲੜਨੀ। ਉਹਨਾਂ ਨੂੰ ਹੁਣ ਇਹ ਲੱਗਣ ਲੱਗ ਗਿਆ ਵੀ ਸਿਆਸਤ ਦੇ ਵਿੱਚ ਕੁਛ ਨਹੀਂ। 5 ਸਾਲ ਪਹਿਲਾਂ 4.5 ਸਾਲ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਵੀ ਸਿਆਸਤ ਖਾਸੀ ਵੱਡੀ ਚੀਜ਼ ਆ। ਖੈਰ, ਤਾਂ ਹੁਣ ਇੱਧਰੋਂ ਮਾਸਟਰ ਬਲਦੇਵ ਸਿੰਘ ਜੈਤੋ ਉਹਨਾਂ ਨੇ ਅਸਤੀਫਾ ਲਿਖ ਕੇ ਭੇਜਤਾ ਅਰਵਿੰਦ ਕੇਜਰੀਵਾਲ ਨੂੰ। ਉਹ ਕਹਿੰਦੇ ਵੀ ਮੈਂ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਰਿਹਾ। ਤਾਂ ਕਾਰਨ ਨਿੱਜੀ ਤਾਂ ਕੁਛ ਨਹੀਂ ਹੁੰਦੇ ਜੀ, ਅਸਲ ਤਾਂ ਕਾਰਨ ਸਿਆਸੀ ਹੁੰਦੇ ਨੇ। ਗਿੱਲ ਸਾਹਿਬ, ਇਹਨਾਂ 'ਚੋਂ ਬਹੁਤਿਆਂ ਨੂੰ ਹੁਣ ਅੱਜ ਕੱਲ੍ਹ ਇਉਂ ਲੱਗਦਾ ਗਾ ਕਿ ਐਤਕੀ ਵਾਲੀ ਇਲੈਕਸ਼ਨ ਆ ਜਿਹੜੀ ਉਹ ਜਿੱਤੀ ਨਹੀਂ ਜਾਣੀ। ਤਾਂ ਇਹਦੇ 'ਚੋਂ ਇਹ ਫਿਰ ਆਮ ਆਦਮੀ ਪਾਰਟੀ ਕਣੀਓ ਦੂਸਰੇ ਪਾਸੇ ਜਾਣ ਨੂੰ ਵੀ ਤਿਆਰੀ ਖਿੱਚੀ ਫਿਰਦੇ ਨੇ। ਤਾਂ ਹੁਣ ਇਹ ਬਲਦੇਵ ਸਿੰਘ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੀ ਨੇੜੇ ਰਹੇ ਨੇ, ਔਰ ਪਿਛਲੇ ਦਿਨਾਂ ਦੇ ਵਿੱਚ ਖਹਿਰਾ ਹੋਰਾਂ ਦੇ ਨਾਲ ਪਹਿਲਾਂ ਇਹਨਾਂ ਨੇ ਬਗਾਵਤ ਦਾ ਝੰਡਾ ਚੁੱਕਿਆ ਸੀ, ਫਿਰ ਦੁਬਾਰੇ ਪਾਰਟੀ ਦੇ ਵਿੱਚ ਹੀ ਰਹੇ। ਤਾਂ ਇਸ ਗੱਲ ਕਰਕੇ ਵੀ ਇਹ ਥੋੜ੍ਹੇ ਨਿਰਾਸ਼ ਨੇ ਜਿਹੜੇ ਅੱਜ ਕੱਲ੍ਹ ਉਹ ਨਜ਼ਰ ਆਏ ਨੇ। ਅਤੇ ਦੂਸਰੀ ਗੱਲ ਇਹ ਹੈ ਗਿੱਲ ਸਾਹਿਬ ਕਿ ਆਮ ਆਦਮੀ ਪਾਰਟੀ ਵੀ 4.5 ਸਾਲ ਦੇ ਵਿੱਚ, ਠੀਕ ਹੈ, ਪਹਿਲੀ ਵਾਰ ਪਾਰਟੀ ਕੋਈ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਆਉਂਦੀ ਹੈ, ਵਿਰੋਧੀ ਧਿਰ ਦਾ ਉਹਦਾ ਮਿਲਦਾ, ਕੋਈ ਛੋਟੀ ਗੱਲ ਨਹੀਂ ਸੀ, ਵੱਡੀ ਪ੍ਰਾਪਤੀ ਸੀ। ਪਰ ਇਸ ਸਮੇਂ ਦੌਰਾਨ ਵੀ ਇਹ ਵਿਰੋਧੀ ਧਿਰ ਵਾਲਾ ਕੰਮ ਵੀ ਨਹੀਂ ਕਰ ਪਾਏ। ਔਰ ਤੁਸੀਂ ਇਹ ਦੇਖੋ ਕਿ ਵਿਰੋਧੀ ਧਿਰ ਦੇ ਨੇਤਾ ਜਿਹੜੇ ਬਣਾਏ ਗਏ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜਾ ਉਹ ਆਪਦੇ ਹਿਸਾਬ ਦੇ ਨਾਲ ਚੱਲਣ ਦਿੱਤਾ। ਪਹਿਲਾਂ ਐਡਵੋਕੇਟ ਫੂਲਕਾ ਸਾਹਿਬ, ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ, ਤੇ ਫਿਰ ਹਰਪਾਲ ਚੀਮਾ, 3 ਤਾਂ ਵਿਰੋਧੀ ਧਿਰ ਦੇ ਆਗੂ ਬਦਲਤੇ ਇਹਨਾਂ ਨੇ। ਔਰ ਇਸ ਸਮੇਂ ਦੌਰਾਨ ਜਿਹੜਾ ਇਹ ਲੋਕਾਂ ਦੇ ਵਿੱਚ ਨਹੀਂ ਉਸ ਰੂਪ ਦੇ ਵਿੱਚ ਵਿਚਰੇ, ਤਾਂ ਉਹ ਵੀ ਇੱਕ ਵੱਡੀ ਗੱਲ ਹੈਗੀ। ਸੋ ਹੁਣ ਇਹਨਾਂ ਨੂੰ ਨਿਰਾਸ਼ਤਾ ਜੀ, ਪਹਿਲਾਂ ਵਾਲੀ ਲਹਿਰ ਆਮ ਆਦਮੀ ਪਾਰਟੀ ਦੀ ਦਿਖਾਈ ਨਹੀਂ ਦਿੰਦੀ। ਔਰ ਕੇਜਰੀਵਾਲ ਸਾਹਿਬ ਆਉਂਦੇ ਨੇ, ਆ ਕੇ ਐਲਾਨ ਕਰਦੇ ਨੇ, ਫਿਰ ਚਲੇ ਜਾਂਦੇ ਨੇ, ਫਿਰ ਅਗਲੇ ਹਫ਼ਤੇ ਤਿਆਰੀ ਖਿੱਚ ਲੈਂਦੇ ਨੇ, ਅਤੇ ਪੰਜਾਬ 'ਚੋਂ ਕੋਈ ਬੰਦਾ ਉੱਭਰ ਨਹੀਂ ਦੇ ਰਹੇ। ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਫੌਰੀ CM ਫੇਸ ਆ ਜਿਹੜਾ ਉਹ ਐਲਾਨ ਦੇਣਾ ਚਾਹੀਦਾ। ਅਤੇ ਖੈਰ ਚਲੋ, ਹੁਣ ਅੰਦੋਲਨ ਵੀ ਖਤਮ ਹੋ ਗਿਆ। ਜਿਹੜੇ ਇੱਕ ਕਿਸਾਨ ਆਗੂ ਦੇ ਬਾਰੇ ਸੋਚਦੇ ਸੀ ਉਹ ਵੀ ਪਤਾ ਲੱਗ ਜਾਣਾ 5-4 ਦਿਨਾਂ ਦੇ ਵਿੱਚ, ਉਹ ਵੀ ਕਹਿੰਦੇ ਖਾਸਾ ਉੱਤੇ ਖੜਾ। ਸੋ ਦੇਖਦੇ ਹਾਂ ਕਿਸ ਪਾਸੇ ਨੂੰ ਜਾਂਦੀ ਹੈ ਜੀ ਗੱਲ। ਪਰ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚੋਂ ਲੋਕਾਂ ਦੇ ਜਾਣ ਦਾ ਰੁਝਾਨ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਜੀ। ਕਈ ਵਾਰ ਸੋਨੇ ਰੰਗੇ ਵਾਲਾਂ ਨੂੰ ਬੰਦਾ ਬਸਮਾ ਲਵਾਉਣ ਨੂੰ ਫਿਰਦਾ ਹੁੰਦਾ। ਕਿਸਾਨ ਨੇਤਾ ਤਾਂ ਇੰਨਾ ਔਖਾ ਹੱਥ 'ਚੋਂ ਤਿਲਕਦਾ ਜਾਂਦਾ ਵੀ ਮੈਨੂੰ CM ਬਣਾਓ ਛੇਤੀ। ਅੱਛਾ, ਸੁੱਚਾ ਸਿੰਘ ਛੋਟੇਪੁਰ ਉਹਨਾਂ ਨੇ ਰਾਮੂ ਵਾਲੀਆਂ ਵਾਂਗੂ ਬਾਦਲ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਕਹਿੰਦੇ ਸੀ ਵੀ ਕੁੜੀਆਂ ਪੇਕਿਆਂ ਨਾਲ ਰੁੱਸ ਜਾਂਦੀਆਂ ਨੇ, ਪੇਕੇ ਆਉਣੋਂ ਨਹੀਂ ਹਟਦੀਆਂ। ਮੈਂ ਤਾਂ ਪੇਕੇ ਆ ਰਿਹਾ ਵਾਪਸ। ਹੁਣ ਫੇਰ ਉਹਨਾਂ ਨੂੰ ਮਾੜਾ ਕਹੀ ਜਾਂਦੇ ਆ। ਸੁੱਚਾ ਸਿੰਘ ਛੋਟੇਪੁਰ ਪੇਕਿਆਂ ਨੂੰ ਮੁੜਿਆ ਫਿਰ? ਜੀ ਗਿੱਲ ਸਾਹਿਬ, ਅੱਜ ਸੁੱਚਾ ਸਿੰਘ ਛੋਟੇਪੁਰ ਹੋਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋ ਗਏ ਜੀ। ਆਉਂਦਿਆਂ ਨੂੰ ਹੀ ਸੁਖਬੀਰ ਬਾਦਲ ਹੋਰਾਂ ਨੇ ਬਟਾਲਾ ਤੋਂ ਪਾਰਟੀ ਦਾ ਉਮੀਦਵਾਰ ਬਣਾਤਾ, ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪਤੀ। ਸੋ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਵਾਲੀ ਗੱਲ ਹੋਈ ਹੈ ਜੀ। ਜਿਵੇਂ 2017 ਦੀ ਇਲੈਕਸ਼ਨ 'ਚ ਕੈਪਟਨ ਅਮਰਿੰਦਰ ਸਿੰਘ ਦੀ ਤੂਤੀ ਬੋਲਦੀ ਸੀ, ਕੈਪਟਨ ਅਮਰਿੰਦਰ ਸਿੰਘ ਦੇ ਆਸੇ ਪਾਸੇ ਘੁੰਮਦੇ ਸੀ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਲੀਡਰ। ਤੇ ਗਿੱਲ ਸਾਹਿਬ, ਜਿਹੜਾ ਨਾ ਅਸਲ ਦੇ ਵਿੱਚ ਸੱਤਾ ਹੁੰਦੀ ਆ
ਉਹ ਕਦੋਂ ਬੰਦੇ ਨੂੰ ਖੁੱਸਦੀ ਹੈ, ਕਦੋਂ ਫਰਸ਼ਾਂ ਤੋਂ ਅਰਸ਼ ਤੇ ਕਦੋਂ ਅਰਸ਼ਾਂ ਤੋਂ ਫਰਸ਼ ਤੇ ਬੰਦਾ ਪਹੁੰਚਦਾ, ਉਹ ਪਤਾ ਨਹੀਂ ਲੱਗਦਾ। ਸੋ ਛੋਟੇਪੁਰ ਸਾਹਿਬ ਜਦੋਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੀ, ਬਹੁਤ ਚੜ੍ਹਾਈ ਸੀ ਛੋਟੇਪੁਰ ਸਾਹਿਬ ਦੀ। ਪੱਤਰਕਾਰ ਇਹਨਾਂ ਨਾਲ ਇੰਟਰਵਿਊਆਂ ਕਰਨ ਦੇ ਲਈ, ਟਾਈਮ ਲੈਣ ਦੇ ਲਈ ਤਰਲੋ ਮੱਛੀ ਹੁੰਦੇ ਸੀ। ਉਹ ਸਮਾਂ ਸੀ ਜਦੋਂ ਲੱਗਦਾ ਸੀ ਕਿ ਮੁੱਖ ਮੰਤਰੀ ਬਣੇ। ਪਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਛੋਟੇਪੁਰ ਹੋਰਾਂ ਨੂੰ ਬਾਂਹ ਫੜ ਕੇ ਪਾਸੇ ਕੀਤਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ, ਤੇ ਉਹਦਾ ਨੁਕਸਾਨ ਜਿੱਥੇ ਛੋਟੇਪੁਰ ਸਾਹਿਬ ਨੂੰ ਹੋਇਆ, ਉੱਥੇ ਹੀ ਆਮ ਆਦਮੀ ਪਾਰਟੀ ਨੂੰ ਵੀ ਹੋਇਆ। ਸੋ ਹੁਣ ਇਹ ਅਕਾਲੀ ਦਲ 'ਚ ਸ਼ਾਮਲ ਹੋਏ ਨੇ ਜੀ। ਹੁਣ ਉਹ ਪਹਿਲਾਂ ਵਾਲੀ ਗੱਲ ਤਾਂ ਹੈ ਨਹੀਂ। ਬਾਕੀ ਸੁਖਬੀਰ ਬਾਦਲ ਹੋਰਾਂ ਨੇ ਵੀ ਬਟਾਲਾ ਦੀ ਸੀਟ ਇਹਨਾਂ ਦੇ ਖੜੇ ਕਰਤੇ। ਉੱਥੇ ਹਿੰਦੂ ਵੋਟ ਬੈਂਕ ਕਾਫੀ ਆ, ਉਹ ਛੋਟਾਪੁਰ ਸਾਹਿਬ ਨੂੰ ਪਊਗਾ, ਖਾਸ ਕਰਕੇ ਉਦੋਂ ਜਦੋਂ ਭਾਜਪਾ ਨਾਲ ਇਹਨਾਂ ਦਾ ਗੱਠਜੋੜ ਹੈ ਨਹੀਂ। ਪਿਛਲੀ ਵਾਰ ਤਾਂ ਚਲੋ ਭਾਜਪਾ ਨਾਲ ਗੱਠਜੋੜ ਸੀ, ਉੱਥੋਂ ਵੋਟ ਪਈ, ਤਾਂ ਉਹ ਵੀ ਇੱਕ ਵੱਡਾ ਸਵਾਲ ਹੈ। ਖੈਰ ਫਿਰ ਵੀ ਗੁਰਦਾਸਪੁਰ ਦੇ ਪੁਰਾਣੇ ਖਿਡਾਰੀ ਨੇ ਜੀ ਇਹ, ਔਰ ਚੰਗਾ ਇਹਨਾਂ ਦਾ ਗੁਰਦਾਸਪੁਰ ਦੇ ਵਿੱਚ ਅਸਰ ਰਸੂਖ ਦੱਸਿਆ ਜਾਂਦਾ। ਖੈਰ ਨਾ ਹੋਰ ਬਾਜਵਾ ਭਰਾਵਾਂ ਦੇ ਨਾਲ ਤਾਂ ਚੰਗਾ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਖੜਕਾ ਦੜਕਾ ਇਹਨਾਂ ਦਾ ਸ਼ੁਰੂ ਹੋਊਗਾ। ਉਧਰ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਵੀ ਮਾਝੇ ਦੇ ਵਿੱਚ ਨੇ, ਤੇ ਉੱਥੇ ਸੁਖਬੀਰ ਬਾਦਲ ਹੋਰਾਂ ਨੂੰ ਇੱਕ ਵੱਡਾ ਲੀਡਰ ਆ ਜਿਹੜਾ ਜ਼ਰੂਰ ਮਿਲ ਗਿਆ ਜੀ। ਅੱਛਾ, ਹੁਣ ਇਹ ਦੱਸੀਏ ਕਿ ਚੰਨੀ ਉਹਨਾਂ ਦੇ ਵਾਅਦੇ ਕਿੱਥੇ ਨੇ, ਤੇ ਹੜਤਾਲ ਤੇ ਕਿਹੜਾ ਮਹਿਕਮਾ ਬੈਠਾ ਜੀ, ਵਰਕਰ ਕਾਮੇ ਕਿਹੜੇ ਬੈਠੇ ਆ? ਗਿੱਲ ਸਾਹਿਬ, ਪੰਜਾਬ 'ਚ ਤਾਂ ਕਮਾਲ ਹੋਈ ਪਈ ਆ ਗਰਾਊਂਡ ਲੈਵਲ ਦੇ ਉੱਤੇ। ਜੇ ਮੈਂ ਤੁਹਾਨੂੰ ਦੱਸਾਂ ਕਿ ਹਾਲਤ ਕੀ ਆ, ਬਿਜਲੀ ਬੋਰਡ ਵਾਲੇ ਜਿੰਨੇ ਮੁਲਾਜ਼ਮ ਨੇ ਲਗਭਗ ਸਾਰੇ ਹੜਤਾਲ ਤੇ ਚੱਲ ਰਹੇ ਨੇ। ਲਾਈਟ ਬਹੁਤ ਘੱਟ ਆਉਂਦੀ ਆ, ਔਰ ਇਹਦੇ ਬਾਰੇ ਚੁਟਕਲੇ ਵੀ ਚੱਲਦੇ ਨੇ ਕਿ ਚੰਨੀ ਸਾਹਿਬ ਨੇ ਕਿਹਾ ਸੀ ਕਿ ਤੁਹਾਨੂੰ ਬਿਜਲੀ ਦੇ ਬਿੱਲ ਬਹੁਤ ਘੱਟ ਆਉਣਗੇ ਐਤਕੀ ਦੇਖਿਓ। ਤਾਂ ਸਾਰੇ ਲੋਕ ਕਹਿੰਦੇ ਆ ਵੀ ਜਦੋਂ ਲਾਈਟ ਹੀ ਨਹੀਂ ਆਉਂਦੀ ਬਿਜਲੀ ਦੇ ਬਿੱਲ ਆਪੇ ਘੱਟ ਆਉਣਗੇ। ਔਰ ਇਹ ਜਿਹੜੀ ਹਾਲਤ ਹੈ, ਦੇਖੋ ਬਿਜਲੀ ਮੁਲਾਜ਼ਮ ਹੜਤਾਲ ਤੇ ਚੱਲ ਰਹੇ ਨੇ। ਗਿੱਲ ਸਾਹਿਬ 15 ਦਿਨ ਦੇ ਵਾਂਗੂ ਹੋ ਗਿਆ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਪਟਵਾਰੀ, ਕਾਨੂੰਗੋ ਇਹ ਹੜਤਾਲ ਤੇ ਚੱਲ ਰਹੇ ਨੇ। ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਕੰਮ ਕਰਦੇ 12,500 ਸਿਹਤ ਕਰਮਚਾਰੀ, ਸਟਾਫ, ਨਰਸਾਂ, ਡਾਕਟਰ, ਇਸ ਤੋਂ ਇਲਾਵਾ ਹੈਲਥ ਵਰਕਰ, ANMs, ਲੈਬ ਟੈਕਨੀਸ਼ੀਅਨ, ਐਕਸ-ਰੇ ਟੈਕਨੀਸ਼ੀਅਨ, ਇਹ ਸਾਰੇ ਹੜਤਾਲ ਤੇ ਚੱਲ ਰਹੇ ਨੇ ਜੀ। ਮਹੀਨੇ ਵਾਂਗੂ ਹੋਣ ਵਾਲਾ ਹੈ। 12,500 ਮੁਲਾਜ਼ਮ ਹੈ ਇਹ। ਜਿੰਨੇ ਵੀ PRTC ਦੇ, ਪਨ ਬੱਸ ਦੇ, ਪੰਜਾਬ ਰੋਡਵੇਜ ਦੇ ਡਰਾਈਵਰ ਕੰਡਕਟਰ ਨੇ, ਉਹਨਾਂ 'ਚੋਂ 90% ਹੜਤਾਲ ਦੇ ਉੱਤੇ ਚੱਲ ਰਹੇ ਨੇ। ਬੱਸਾਂ ਬੰਦ ਖੜੀਆਂ ਨੇ। ਬੀਬੀਆਂ ਨੂੰ ਇੱਕ ਪਾਸੇ ਕਹਿਤਾ ਵੀ ਬੀਬੀਆਂ ਲਈ ਮੁਫਤ ਬੱਸ ਸਫ਼ਰ ਸਹੂਲਤ, ਦੂਜੇ ਪਾਸੇ ਸਾਰੀਆਂ ਰੋਡਵੇਜ ਦੀਆਂ ਬੱਸਾਂ ਤਾਂ ਅੰਦਰ ਖੜੀਆਂ ਨੇ। ਉਹ ਵਿਚਾਰੀਆਂ ਗਿੱਲ ਸਾਹਿਬ ਉੱਥੇ ਬੈਠੀਆਂ ਡਿੱਕੀ ਜਾਂਦੀਆਂ, ਪੁੱਤ ਘੋੜੇ ਵਾਲੀ ਕਦੋਂ ਆਊ? ਅਸੀਂ ਅਗਲਾ ਕਹਿੰਦਾ ਬੇਬੇ ਘੋੜੇ ਵਾਲੀ ਕਿੱਥੋਂ ਆਊਗੀ, ਉਹ ਤਾਂ ਚੰਨੀ ਨਾਲ ਰੁੱਸ ਕੇ ਹੜਤਾਲ ਤੇ ਬੈਠੇ ਨੇ। ਤਾਂ ਇਹ ਜਿਹੜੀ ਸਥਿਤੀ ਹੈਗੀ ਕਿ ਬਿਜਲੀ ਵਾਲੇ ਹੜਤਾਲ ਤੇ, ਸਿਹਤ ਮੁਲਾਜ਼ਮ ਹੜਤਾਲ ਤੇ, ਅਧਿਆਪਕ ਨੇ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ। ਕੰਪਿਊਟਰ ਅਧਿਆਪਕਾਂ ਨੇ ਚਰਨਜੀਤ ਚੰਨੀ ਹੋਰਾਂ ਦੀ ਰਿਹਾਇਸ਼ ਦੇ ਸਾਹਮਣੇ ਵੱਡਾ ਪ੍ਰੋਟੈਸਟ ਕੀਤਾ ਗਾ। ਬੇਰੁਜ਼ਗਾਰ ਟੈਟ ਪਾਸ ਅਧਿਆਪਕ ਨੇ ਜਿਹੜੇ, ਉਹ ਸਿੱਖਿਆ ਮੰਤਰੀ ਪ੍ਰਗਟ ਸਿੰਘ ਹੋਰਾਂ ਦੇ ਜਲੰਧਰ ਰਿਹਾਇਸ਼ ਆ ਜਿਹੜੀ, ਉਹਦੇ ਨੇੜੇ ਹੀ ਬੱਸ ਸਟੈਂਡ ਵਾਲੀ ਟੈਂਕੀ ਤੇ ਚੜਿਆ ਹੋਇਆ ਮੁੰਡਾ, ਉਹਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਆ ਗਿੱਲ ਸਾਹਿਬ। ਉਹ ਮੁੰਡੇ ਨੂੰ ਟੈਂਕੀ ਦੇ ਉੱਤੇ ਚੜੇ ਨੂੰ ਜਿਸ ਦਿਨ ਦੇ ਸਿੱਖਿਆ ਮੰਤਰੀ ਬਣੇ ਨੇ ਉਸ ਦਿਨ ਦਾ ਜਲੰਧਰ ਦੀ ਟੈਂਕੀ ਦੇ ਉੱਤੇ ਆ, ਔਰ ਉਹਨੂੰ ਕਹਿੰਦੇ ਸਾਹ ਲੈਣ 'ਚ ਵੀ ਸਮੱਸਿਆ ਆ ਰਹੀ ਆ। ਸੋ ਇਹ ਜਿਹੜੀ ਪਰਿਸਥਿਤੀ ਹੈ, ਪਰਿਸਥਿਤੀ ਦੇ ਵਿੱਚ ਅੱਜ ਕੱਲ੍ਹ ਪੰਜਾਬ ਦੇ ਬਹੁਤੇ ਮੁਲਾਜ਼ਮ ਨੇ ਜਿਹੜੇ ਉਹ ਹੜਤਾਲ ਦੇ ਉੱਤੇ ਨੇ। ਜਿਹੜੇ ਨਹੀਂ ਹੜਤਾਲ ਦੇ ਉੱਤੇ, ਉਹ ਪ੍ਰੋਟੈਸਟ ਕਰ ਰਹੇ ਨੇ ਸਰਕਾਰ ਦੇ ਖਿਲਾਫ, ਬੇਰੁਜ਼ਗਾਰ ਝੰਡਾ ਚੱਕੀ ਖੜੇ ਨੇ। ਤਾਂ ਇਹ ਹਾਲਤਾਂ ਦੇ ਵਿੱਚੋਂ ਚਰਨਜੀਤ ਚੰਨੀ ਹੋਰੀ ਐਲਾਨ ਤੇ ਐਲਾਨ ਕਰੀ ਜਾਂਦੇ ਨੇ, ਉੱਤੋਂ ਕਹਿੰਦੇ ਨੇ ਮੈਨੂੰ ਐਲਾਨ ਜੀਤ ਨਾ ਕਹੋ, ਵਿਸ਼ਵਾਸ ਜੀਤ ਕਹੋ। ਤਾਂ ਲੋਕ ਕਿਵੇਂ ਵਿਸ਼ਵਾਸ ਕਰਨ, ਕਿਵੇਂ ਵਿਸ਼ਵਾਸ ਜੀਤ ਕਹਿਣ ਜੀ। ਅੱਛਾ, ਇਸ ਦੇ ਨਾਲ ਹੀ ਅਗਲੀ ਜਿਹੜੀ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਉਹ ਇਹ ਹੈ ਕਿ ਜਿਹੜੇ ਇੱਕ ਡਰਾਈਵਰ ਦੀ ਬੱਸ ਚਲਾਉਂਦੇ ਦਿਲ ਫੇਲ ਹੋ ਗਿਆ, ਹਾਰਟ ਅਟੈਕ ਹੋ ਗਿਆ, ਉਹ ਕਿੱਥੇ ਦਾ ਡਰਾਈਵਰ ਸੀ, ਕਿਹੜੀ ਬੱਸ ਸੀ, ਫਿਰ ਜਾਨਾਂ ਕਿਵੇਂ ਬਚਾਈਆਂ ਉਹਨੇ ਜਿਹੜੇ ਬੱਸ 'ਚ ਬੈਠੇ ਹੋਏ ਮੁਸਾਫਰ ਸੀ? ਜੀ ਗਿੱਲ ਸਾਹਿਬ, ਇਹ ਤਾਮਿਲਨਾਡੂ ਦੀ ਘਟਨਾ ਜੀ ਅੱਜ ਦੀ, ਔਰ ਬੜੀ ਕਮਾਲ ਦੀ ਘਟਨਾ ਹੈਗੀ, ਔਰ ਬੜੀ ਉਸ ਡਰਾਈਵਰ ਦੀ ਸਰਾਹਨਾ ਕਰਨੀ ਬਣਦੀ ਹੈ, ਭਾਵੇਂ ਉਹ ਇਸ ਦੁਨੀਆ ਦੇ ਵਿੱਚ ਅੱਜ ਨਹੀਂ ਰਿਹਾ। ਔਰ 30 ਬੱਸ ਦੇ ਵਿੱਚ ਸਵਾਰੀਆਂ ਬੈਠੀਆਂ ਸੀਗੀਆਂ ਜੀ, ਔਰ ਇਹ ਤਾਮਿਲਨਾਡੂ ਸਟੇਟ ਟਰਾਂਸਪੋਰਟ ਦੀ ਬੱਸ ਸੀਗੀ। ਔਰ ਜਿਹੜਾ ਡਰਾਈਵਰ ਅੱਜ ਸਵੇਰੇ 6:20 ਤੇ ਉਹਨੇ ਰਾਪਲਿਆਮ ਤੋਂ ਜਿਹੜੀ ਬੱਸ ਸਟਾਰਟ ਕੀਤੀ, ਸ਼ੁਰੂ ਕੀਤੀ, ਔਰ ਥੋੜ੍ਹੀ ਜਿਹੀ ਦੂਰ ਜਾ ਕੇ ਉਹਨੂੰ ਹਾਰਟ ਅਟੈਕ ਦੀ ਸਮੱਸਿਆ ਆਈ। ਉਹ ਕਹਿੰਦਾ ਵੀ ਮੇਰੇ ਤਾਂ ਛਾਤੀ 'ਚ ਦਰਦ ਸ਼ੁਰੂ ਹੋਇਆ, ਉਹਨੂੰ ਲੱਗਿਆ ਕਿ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ। ਉਹਨੇ ਗਿੱਲ ਸਾਹਿਬ ਨਾਲ ਦੀ ਨਾਲ ਕੁਝ ਹੀ ਸਕਿੰਟਾਂ ਦੇ ਵਿੱਚ ਬੱਸ ਨੂੰ
ਰੋਡ ਤੋਂ, ਸੜਕ ਤੋਂ ਥੱਲੇ ਤਾਰ ਕੇ ਬੱਸ ਦੇ ਬ੍ਰੇਕ ਲਾ ਕੇ ਖੜੀ ਕਰਤਾ। ਕੰਡਕਟਰ ਨੂੰ ਕਹਿੰਦਾ ਮੈਨੂੰ ਸਮੱਸਿਆ ਆ ਗਈ, ਔਰ ਕੰਡਕਟਰ ਉਹ ਬੱਸ ਦੇ ਉੱਥੇ ਸੀਟ ਦੇ ਉੱਤੇ ਹੀ ਡਿੱਗ ਪਿਆ ਤੇ ਉੱਥੋਂ ਐਂਬੂਲੈਂਸ ਬੁਲਾਈ ਗਈ। ਚਲੋ ਹਸਪੀਟਲ ਤਾਂ ਉਹ ਨਹੀਂ ਪਹੁੰਚਿਆ, ਉਹਦੀ ਰਸਤੇ 'ਚ ਮੌਤ ਹੋ ਗਈ। ਪਰ ਤੁਸੀਂ ਦੇਖੋ ਕਿ ਉਹ ਜਾਂਦਾ ਜਾਂਦਾ ਵੀ 30 ਸਵਾਰੀਆਂ ਬਚਾ ਗਿਆ। ਕਈ ਵਾਰ ਉਹ ਜੇ ਡਰ ਜਾਂਦਾ, ਸਹਿਮ ਜਾਂਦਾ, ਉਹ 'ਚੋਂ ਗਿੱਲ ਸਾਹਿਬ ਇਹ ਵੀ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ। ਸੋ ਜਿਹੇ ਲੋਕ ਵੀ ਨੇ ਜੀ ਜਿਹੜੇ ਮਰਨ ਲੱਗੇ ਵੀ ਬਹੁਤਿਆਂ ਨੂੰ ਜਿਹੜੀ ਜ਼ਿੰਦਗੀ ਆ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਜੀ। ਕਾਂਗਰਸ ਨੇ ਪੰਜਾਬੀਆਂ ਨੂੰ ਹੋਰ ਤੋਹਫਾ ਦਿੱਤਾ, ਅਜੇ ਮਾਕਨ ਨੂੰ ਕੁਝ ਪੰਜਾਬ ਦਾ ਇੰਚਾਰਜ ਲਾਇਆ ਜੀ। ਅਜੇ ਮਾਕਨ ਕੌਣ ਹੈ ਇਹ? ਜੀ ਗਿੱਲ ਸਾਹਿਬ, ਅਜੇ ਮਾਕਨ ਉਹੀ ਹੈ ਜੀ ਦਿੱਲੀ ਵਾਲਾ, 1984 ਵੇਲੇ ਜਿਹਦੀ ਸਭ ਤੋਂ ਵੱਧ ਚਰਚਾ ਸੀ। ਉਸ ਤੋਂ ਬਾਅਦ ਖਾਲਿਸਤਾਨੀ ਲਹਿਰ ਵੇਲੇ ਵੀ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਰਿਹਾ ਗਾ। ਔਰ ਅਜੇ ਮਾਕਨ ਹੋਰਾਂ ਦੇ ਬਾਰੇ ਦੇ ਵਿੱਚ ਜਿਹੜੀ ਚਰਚਾ ਹੁਣ ਤੱਕ ਇਹੀ ਚੱਲਦੀ ਰਹੀ ਹੈਗੀ ਕਿ ਕਾਂਗਰਸ ਪਾਰਟੀ, ਚਾਹੇ ਉਹ ਜਗਦੀਸ਼ ਟਾਈਟਲਰ ਹੋਵੇ, ਚਾਹੇ ਉਹ ਸੱਜਣ ਕੁਮਾਰ ਹੋਵੇ, ਚਾਹੇ ਮਾਕਨ ਪਰਿਵਾਰ ਹੋਵੇ, ਇਹਨਾਂ ਨੂੰ ਪੰਜਾਬ ਵਾਲਿਆਂ ਦੇ ਉੱਤੇ ਜਾਣ ਬੁੱਝ ਕੇ ਥੋਪਦੀ ਆਈ ਆ। ਸੋ ਹੁਣ ਜਿਹੜੀ ਇਹਨਾਂ ਨੇ ਗਿੱਲ ਸਾਹਿਬ ਸਕਰੀਨਿੰਗ ਕਮੇਟੀ ਬਣਾਈ ਆ, ਉਹ ਸਕਰੀਨਿੰਗ ਕਮੇਟੀ ਦਾ ਅਜੇ ਮਾਕਨ ਨੂੰ ਮੁਖੀ ਲਾਇਆ ਕਿ ਪੰਜਾਬ 'ਚ ਟਿਕਟ ਕਿਹਨੂੰ ਵੰਡਣੀ ਆ। ਜਿਹੜੇ ਵੀ ਫਾਰਮ ਭਰਨਗੇ ਕਿ ਭਾਈ ਮੈਨੂੰ ਟਿਕਟ ਚਾਹੀਦੀ ਹੈ, ਕਿ ਵਿਧਾਨ ਸਭਾ ਹਲਕੇ ਤੋਂ 20-25 ਲੋਕ ਟਰਾਈ ਕਰਦੇ ਨੇ, ਉਹਨਾਂ 'ਚੋਂ ਫਿਰ 3-4 ਛਾਂਟ ਲੈਂਦੇ ਨੇ। ਉਹ ਜਿਹੜੀ ਸਕਰੀਨਿੰਗ ਕਰਨੀ ਆ ਉਹਦਾ ਮੁਖੀ ਅਜੇ ਮਾਕਨ ਨੂੰ ਲਾਇਆ। ਇਹਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਗਏ। ਉਂਝ ਭਾਵੇਂ ਕਾਂਗਰਸ ਨੇ ਰਣਨੀਤੀ ਇਸ ਰੂਪ ਦੇ ਵਿੱਚ ਬਣਾਈ ਆ ਵੀ ਸਾਰੇ ਹੀ ਖੁਸ਼ ਕਰ ਦਿਓ, ਜਿਹੜੇ ਨਾਰਾਜ਼ ਨੇ ਉਹਨਾਂ ਨੂੰ ਸਾਰਿਆਂ ਨੂੰ ਖੁਸ਼ ਕਰ ਦਿਓ। ਔਰ ਸੁਨੀਲ ਜਾਖੜ ਹੋਰਾਂ ਨੂੰ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਦੀ ਕਮੇਟੀ ਦਾ ਇੰਚਾਰਜ ਲਾਤਾ। ਪ੍ਰਤਾਪ ਸਿੰਘ ਬਾਜਵਾ ਨੂੰ ਚੋਣ ਮਨੋਰਥ ਪੱਤਰ ਦੀ ਕਮੇਟੀ ਦਾ ਚੇਅਰਮੈਨ ਲਾਤਾ ਤੇ ਅਜੇ ਮਾਕਨ ਨੂੰ ਸਕਰੀਨਿੰਗ ਕਮੇਟੀ ਦਾ ਮੁਖੀ ਲਾਤਾ। ਅੰਬਿਕਾ ਸੋਨੀ ਨੂੰ ਕੋਆਰਡੀਨੇਸ਼ਨ ਕਮੇਟੀ ਦੀ ਮੁਖੀ ਲਾਤਾ। ਔਰ ਇਹ ਕਵਾਇਦ ਆ ਜਿਹੜੀ ਇਹ ਪ੍ਰਮੁੱਖ ਆਗੂਆਂ 'ਚ ਸਹਿਮਤੀ ਬਣਾਉਣ ਤੇ ਪ੍ਰਭਾਵ ਦੇਣ ਦੀ ਕੋਸ਼ਿਸ਼ ਆ ਵੀ ਕਾਂਗਰਸ 'ਚ ਕਿਸੇ ਆਗੂ ਦੀ ਸਰਦਾਰੀ ਨਹੀਂ ਚੱਲੂਗੀ। ਖਾਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਭਾਈ ਇੱਥੇ ਇਕੱਲੇ ਪ੍ਰਧਾਨ ਦੀ ਨਹੀਂ ਚੱਲਦੀ, ਇੱਥੇ ਤੱਕ ਗਾਂਧੀ ਪਰਿਵਾਰ ਪਤਾ ਨਹੀਂ ਕਿਹਨੂੰ ਕਿੱਧਰੋਂ ਲਿਆ ਕੇ ਲਾ ਦੇ, ਇਹ ਦੱਸਣ ਦੀ ਕੋਸ਼ਿਸ਼ ਹੈ ਜਿਹੜੀ ਉਹ ਨਜ਼ਰ ਆ ਰਹੀ ਆ। ਬਾਕੀ ਚਰਨਜੀਤ ਚੰਨੀ ਹੋਰਾਂ ਨੂੰ ਜਦੋਂ ਪੁੱਛਿਆ ਗਿਆ, ਗਿੱਲ ਸਾਹਿਬ ਅੱਜ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ, ਕਹਿੰਦਾ ਚੰਨੀ ਸਾਹਿਬ 2022 ਦਾ ਫੇਸ ਕੌਣ ਹੋਊ CM ਦਾ? ਤਾਂ ਚਰਨਜੀਤ ਚੰਨੀ ਦਾ ਗਿੱਲ ਸਾਹਿਬ ਜਵਾਬ ਬੜਾ ਗੋਲਮੋਲ ਸੀ। ਉਹ ਕਹਿੰਦਾ ਲੋਕ ਜੇ ਮੇਰੇ ਕੰਮ ਤੋਂ ਖੁਸ਼ ਹੋਣਗੇ ਤਾਂ ਲੋਕ ਡਿਸਾਈਡ ਕਰਨਗੇ। ਉਹ ਕਹਿੰਦਾ ਜੀ ਹਾਈ ਕਮਾਂਡ, ਕਹਿੰਦਾ ਹਾਈ ਕਮਾਂਡ ਵੀ ਜੋ ਲੋਕ ਸੋਚਦੇ ਹੁੰਦੇ ਉਹੀ ਡਿਸਾਈਡ ਕਰਦੀ ਹੁੰਦੀ ਹੈ ਨਾ। ਤਾਂ ਇਹ ਜਿਹੜਾ ਮਤਲਬ ਗੱਲ ਹੈ ਉਹਦੇ 'ਚ ਇਉਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਇਹ ਸੁਪਨਾ ਲੈਂਦਾ ਗਾ ਕਿ ਅਗਲੀ ਵਾਰ ਨੈਕਸਟ ਚਿਹਰਾ ਉਹ ਹੋਊਗਾ, ਉਹਦੇ ਆਲੇ ਪਾਸੇ ਨੂੰ ਬੂਰ ਪੈਂਦਾ ਨਜ਼ਰ ਨਹੀਂ ਆਉਂਦਾ ਜੀ। ਧੰਨਵਾਦ ਜੀ। ਕੱਲ੍ਹ ਫੇਰ ਇਸ ਹਫ਼ਤੇ ਦੀ ਆਖਰੀ ਗੱਲਬਾਤ ਕਰਾਂਗੇ ਤੇ ਧੰਨਵਾਦ ਤੁਹਾਡਾ। ਕਾਲਰ ਨੇ ਸਰ ਕਰਮਜੀਤ ਸਿੰਘ ਸਿੱਧੂ ਜੀ, ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, STF ਦੀ ਰਿਪੋਰਟ ਖੁੱਲਣੀ ਸੀ, ਉਹਦੇ ਬਾਰੇ ਪੁੱਛਣਾ ਸੀ ਤੁਸੀਂ ਪੱਤੀ ਸਾਹਿਬ ਨੇ, ਕੀ ਹੋਇਆ? ਹਲੇ ਖੁੱਲੀ ਨਹੀਂ ਜੀ, ਸਵੇਰੇ ਗੱਲ ਕੀਤੀ ਸੀ, ਦਿੱਤੀ ਨਹੀਂ ਜੀ ਉਹਨਾਂ ਨੇ ਇਨਫੋਰਮੇਸ਼ਨ, ਆਈ ਨਹੀਂ ਹਲੇ ਤੱਕ ਇਹਨਾਂ ਤੱਕ। ਓਕੇ ਜੀ ਸਿੱਧੂ ਸਾਹਿਬ, ਥੈਂਕ ਯੂ। ਲੇਟ ਲਾਇਆ ਹੋਊਗਾ। ਓਕੇ ਜੀ, ਥੈਂਕ ਯੂ। ਕੁਛ ਜਾਣਕਾਰੀ, ਕੁਛ ਮੁਲਾਂਕਣ ਕਰਾਂ ਹਵਾਈ ਸਫ਼ਰ ਦਾ, ਬਈ ਹਵਾਈ ਸਫ਼ਰ ਨੇ ਕੋਵਿਡ ਦੇ ਵਿੱਚ ਕੀ ਕੀਤਾ। 2019 ਕੋਵਿਡ ਤੋਂ ਪਹਿਲਾਂ 4.5 ਅਰਬ ਜਿਹੜੇ ਮੁਸਾਫਰ ਹਵਾਈ ਸਫ਼ਰ ਦੇ ਰਾਹੀਂ ਇੱਧਰ ਉੱਧਰ ਗਏ, 4.5 ਬਿਲੀਅਨ, ਤੇ 4.25 ਕਰੋੜ ਦੇ ਕਰੀਬ ਉਡਾਨਾਂ, 4.2 ਬਿਲੀਅਨ। 2020 ਦੇ ਵਿੱਚ 1.8 ਬਿਲੀਅਨ, 8 ਬਿਲੀਅਨ ਅਰਬ ਤੇ 1.25 ਅਰਬ ਲਾ ਲਓ, ਤੇ 2.5 ਕਰੋੜ ਦੇ ਕਰੀਬ ਜਿਹੜੀਆਂ ਫਲਾਈਟਸ 2020 'ਚ, 2021 'ਚ 2.25 ਅਰਬ ਦੇ ਕਰੀਬ ਪੈਸੇਂਜਰ ਮੁਸਾਫਰ ਤੇ 3.25 ਕਰੋੜ ਦੇ ਕਰੀਬ ਫਲਾਈਟਸ, ਅੱਧੀਆਂ। ਮਤਲਬ 20 ਦੇ ਵਿੱਚ ਤਾਂ ਅੱਧਾ ਹੀ ਰਹਿ ਗਿਆ ਕੰਮ, 21 ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਚੱਲਿਆ। ਜਿਹੜਾ ਘਾਟਾ ਪਿਆ 2020 ਦੇ ਵਿੱਚ $137 ਅਰਬ ਦਾ ਘਾਟਾ ਪਿਆ,
2021 'ਚ 51 ਅਰਬ ਦਾ, 22 ਦੇ ਵਿੱਚ ਜਿਹੜਾ ਪ੍ਰੈਡਿਕਟ ਕਰ ਰਹੇ ਨੇ ਉਹ 11 ਅਰਬ ਡਾਲਰ ਦਾ। ਏਅਰਪੋਰਟ, ਬਿਜ਼ੀਐਸਟ ਏਅਰਪੋਰਟ ਜਿਹੜੇ 19 ਦੇ ਵਿੱਚ ਐਟਲਾਂਟਾ ਸਭ ਤੋਂ ਬਿਜ਼ੀਐਸਟ ਏਅਰਪੋਰਟ ਸੀ, ਜਿਹ 'ਚ 11 ਕਰੋੜ ਦੇ ਕਰੀਬ ਮੁਸਾਫਰ ਜਿਹੜੇ ਚੜ੍ਹੇ ਤੇ ਉਤਰੇ। ਬੀਜਿੰਗ ਕੈਪੀਟਲ 10 ਕਰੋੜ, ਲਾਸ ਐਂਜਲਸ ਪੌਣੇ 9 ਕਰੋੜ, ਦੁਬਈ ਦੇ ਵਿੱਚ 8.5 ਕਰੋੜ, ਟੋਕੀਓ ਦਾ ਜਿਹੜਾ ਹੈਨੇਡਾ ਹੈ ਉਹ 8.5 ਕਰੋੜ, ਓਹੇਰ ਸ਼ਿਕਾਗੋ ਦਾ 8.5 ਕਰੋੜ, ਹੀਥਰੋ 8 ਕਰੋੜ, ਸ਼ੰਘਾਈ ਪੂਡੋਂਗ ਜਿਹੜਾ 7.5 ਕਰੋੜ, ਅਤੇ ਉਸ ਤੋਂ ਬਾਅਦ ਡੈਲਸ ਫੋਰਟ ਵਰਥ 7.5 ਕਰੋੜ। 2020 ਦੇ ਵਿੱਚ ਵੀ ਗੁਆਂਗਜ਼ੂ ਸਭ ਤੋਂ ਵੱਧ ਬਿਜ਼ੀਐਸਟ ਰਿਹਾ, ਜਿਸ 'ਚ 4.25 ਕਰੋੜ ਦੇ ਕਰੀਬ ਲੋਕ ਚੜ੍ਹੇ ਉਤਰੇ। ਐਟਲਾਂਟਾ ਦੂਸਰੇ ਨੰਬਰ 'ਤੇ, ਅਤੇ ਉਸ ਤੋਂ ਬਾਅਦ ਸ਼ੁਆਂਗਜੂ ਉਹਨਾਂ ਦਾ, ਫਿਰ ਡੈਲਸ ਤੋਂ ਬਾਅਦ ਹੋਰ 2 ਜਿਹੜੇ ਨੇ, ਸ਼ੈਂਜਨ ਜਿਹੜਾ ਹੈ ਉਹ ਵੀ ਚੀਨ ਦਾ, ਜੈਂਗਬਈ ਉਹ ਵੀ ਚੀਨ ਦਾ, ਫਿਰ ਬੀਜਿੰਗ, ਫਿਰ ਡੈਨਵਰ, ਉਸ ਤੋਂ ਬਾਅਦ ਕਿਊਮਿੰਗ, ਸ਼ੰਘਾਈ। ਮਤਲਬ 10 ਦੇ ਵਿੱਚੋਂ 2020 ਦੇ ਵਿੱਚ 7 ਏਅਰਪੋਰਟ ਚੀਨ ਦੇ ਨੇ ਅਤੇ 3 ਏਅਰਪੋਰਟ ਅਮਰੀਕਾ ਦੇ ਨੇ 2020 ਦੇ ਵਿੱਚ। ਬਿਜ਼ੀਐਸਟ ਜਿਹੜਾ ਏਅਰ ਆਊਟ ਹੈ 2021 ਨਵੰਬਰ ਪਿਛਲੇ ਮਹੀਨੇ 'ਚ ਸਭ ਤੋਂ ਵੱਧ ਬਿਜ਼ੀਐਸਟ। ਦੇਖੋ ਲੋਕ ਪੈਸਾ ਕਿੱਥੇ ਲਿਜਾ ਰਹੇ ਹਨ। ਦੁਬਈ ਅਤੇ ਰਿਆਦ ਦਾ ਸਭ ਤੋਂ ਜਿਹੜਾ ਬਿਜ਼ੀਐਸਟ ਰੂਟ, ਦੁਬਈ ਤੋਂ ਲੰਡਨ ਹੀਥਰੋ ਦਾ, ਕੈਰੋ ਤੋਂ ਲੈ ਕੇ ਜੱਦਾ ਦਾ, ਇਜਿਪਟ ਤੋਂ ਲੈ ਕੇ ਦੁਬਈ, ਸਾਊਦੀ ਅਰਬ ਨਿਊਯਾਰਕ ਤੋਂ ਲੰਡਨ ਦਾ, ਔਰਲੈਂਡੋ ਤੋਂ ਸੈਨ ਜੁਆਨ ਦਾ, ਅਤੇ ਉਸ ਤੋਂ ਬਾਅਦ ਕੋਪਨਹੈਗਨ ਤੋਂ ਓਸਲੋ ਦਾ, ਬਹਿਰੀਨ ਤੋਂ ਦੁਬਈ ਦਾ, ਅਤੇ ਉਸ ਤੋਂ ਬਾਅਦ ਕੈਰੋ ਤੋਂ ਦੁਬਈ ਦਾ, ਹਾਂਗਕਾਂਗ ਤੋਂ ਤੈਪਾਈ ਦਾ। ਇਹ ਬਿਜ਼ੀਐਸਟ ਜਿਹੜੇ ਏਅਰ ਰੂਟ ਨੇ। ਇਸ ਵਾਰ ਹੁਣ ਚੱਲੂਗੀ ਮੇਰੇ ਖਿਆਲ ਓਮੀਕਰੋਨ ਨੂੰ, ਜੇ ਆਪਾਂ ਵੇਖਿਆ ਜਾਵੇ ਉਹਨੂੰ ਕੰਟਰੋਲ ਜੇ ਇਹਨਾਂ ਨੇ ਕਰ ਲਿਆ। ਫਾਈਜ਼ਰ ਵਾਲੇ ਕਹਿੰਦੇ ਸਾਡਾ ਬੂਸਟਰ ਜਿਹੜਾ ਸ਼ਾਟ ਹੈ ਉਹ ਓਮੀਕਰੋਨ ਨੂੰ ਕੰਟਰੋਲ ਕਰੇਗਾ। ਇਹਦੇ ਵੱਲ ਨਾ ਆਪਾਂ ਜਿਹੜਾ ਇਸ ਨੂੰ ਹੁਣ ਆਪਾਂ ਇਸ ਤਰ੍ਹਾਂ ਨਾਲ ਲਈਏ ਕਿ ਇਹ ਤਾਂ ਹਰ ਸਾਲ ਜਿਹੜਾ ਇਸ ਤਰ੍ਹਾਂ ਹੀ ਆਉਣਾ ਹੈ, ਕੁਛ ਨਾ ਕੁਛ ਜਿਹੜਾ ਆਉਂਦੇ ਰਹਿਣਾ। ਇਹ ਤੋਂ ਤੁਸੀਂ ਪਰਾਂ ਨਹੀਂ ਹੋ ਸਕਦੇ। ਅਤੇ ਔਰਲੈਂਡੋ ਤੋਂ ਸੈਨ ਵੁਆਨ ਜਿਹੜਾ ਉਹ ਕਹਿਣਾ ਸੀ, ਜੁਆਨ ਨਹੀਂ ਹੈ, ਵੁਆਨ ਹੈ ਸਪੈਨਿਸ਼ ਸ਼ਬਦ। ਅੱਛਾ, ਜਿਹੜੀ ਵੱਡੀ ਗੱਲ ਮੈਂ ਤੁਹਾਨੂੰ ਹੋਰ ਇੱਕ ਇਹਦੇ 'ਚ ਕਰਨੀ ਹੈ, ਬਿਜ਼ੀਐਸਟ ਜਿਹੜੇ ਵਰਲਡ ਦੇ ਏਅਰਪੋਰਟ ਲਾ ਲਓ ਜਾਂ ਇਹ ਲਾ ਲਓ, ਅਤੇ ਜਿਹੜੀਆਂ ਟਰੈਵਲ ਦੇ ਵਿੱਚ ਇਹ 1980 ਤੋਂ 1988 ਤੱਕ ਇਰਾਨ ਇਰਾਕ ਵਾਰ ਦੇ ਵੇਲੇ ਇਹ ਥੱਲੇ ਰਿਹਾ, ਅਤੇ ਉਸ ਤੋਂ ਬਾਅਦ ਗਲਫ ਵਾਰ ਦੇ ਵਿੱਚ 1921 ਦੀ ਲੜਾਈ ਦੇ ਵਿੱਚ 2001 ਦਾ ਜਿਹੜਾ 9/11 ਦੇ ਅਟੈਕ ਸੀ ਉਹਦੇ 'ਚ 7 ਤੋਂ 8 'ਚ ਜਿਹੜਾ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਸੀ ਉਹਦੇ 'ਚ ਵੀ ਡਾਊਨ ਰਿਹਾ। ਸਭ ਤੋਂ ਉੱਪਰ ਗਿਆ 15 ਤੋਂ ਲੈ ਕੇ 19 ਤੱਕ। ਬਹੁਤ ਜ਼ਿਆਦਾ ਟਰੈਵਲਿੰਗ ਹੋਈ ਆ, ਬਹੁਤ ਜ਼ਿਆਦਾ। ਸੋ ਫਿਰ ਪੈਂਡੈਮਿਕ ਨੇ ਇਸ ਦਾ ਕੰਮ ਕਰ ਦਿੱਤਾ। ਹੁਣ ਲੋਕ ਤਿਆਰ ਨੇ ਫਲਾਈ ਕਰਨ ਨੂੰ। 3 ਵਰ੍ਹੇ ਹੋ ਗਏ 19 ਤੋਂ ਬਾਅਦ 20 ਅਤੇ 21 'ਚ ਜਾ ਨਾ ਸਕੇ, ਅਤੇ ਓਮੀਕਰੋਨ ਜਿਹੜਾ ਹੈ ਉਹ ਵੱਧ ਆਈਸੋਲੇਟ ਅਫਰੀਕਨ ਮਹਾਂਦੀਪ ਹੈ ਜਿਹੜਾ ਕੰਟੀਨੈਂਟ, ਉਹ ਤਾਂ ਅਲੱਗ ਕਰਤਾ, ਪਰ ਵੱਧ ਜਿਹੜਾ ਇਫੈਕਟ ਨਹੀਂ ਕੀਤਾ। ਫਲਾਈਟਸ ਜਾ ਰਹੀਆਂ ਨੇ, ਪਰ ਫਲਾਈਟਸ ਮਹਿੰਗੀਆਂ ਬਹੁਤ ਨੇ। ਕੋਟਾ ਹੈ 1400-1500 ਤੋਂ 1800 ਤੋਂ ਸ਼ੁਰੂ ਹੋ ਕੇ ਭਾਰਤ ਦੀ ਫਲਾਈਟ ਦਿੱਲੀ ਦੀ, ਉਹ ਜਿਹੜੀ ਹੈ 3000 3500 ਤੱਕ ਵਿਕ ਰਹੀ ਹੈ। ਨੰਬਰ 2, ਖਿਆਲ ਇਹ ਕਰਿਓ ਵੀ ਆਪਣੇ ਵੀਜ਼ਾ ਅਪਲਾਈ ਜਦ ਕਰਨਾ ਸਮਾਂ ਰੱਖ ਕੇ ਕਰਿਓ। ਵੀਜ਼ੇ ਨੂੰ ਸਮਾਂ ਲੱਗ ਰਿਹਾ। ਬਹੁਤ ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਪਰ ਅੰਬੈਸੀ ਨੇ ਆਪਣਾ ਕੰਮ ਕਰਨਾ ਜਿਸ ਤਰ੍ਹਾਂ ਹੀ ਕਰਨਾ, ਅਤੇ 2-3 ਦਿਨ ਤਾਂ BLS ਦੇ ਵਿੱਚ ਤੁਹਾਡੇ ਲੱਗ ਜਾਂਦੇ ਨੇ। ਕਾਗਜ਼ ਪੱਤਰ ਪਹੁੰਚਦੇ ਨੇ, ਫਿਰ ਉਹ ਖੁੱਲ੍ਹਣੇ ਨੇ, ਫਿਰ ਉਹਦੇ 'ਤੇ ਐਕਸ਼ਨ ਹੋਣਾ। ਕੋਈ ਕਾਗਜ਼ ਪੱਤਰ ਘੱਟ ਹੋਵੇ ਤਾਂ ਸਮਾਂ, ਜੇ 2 ਮਹੀਨੇ ਨੂੰ 2.5 ਮਹੀਨੇ ਨੂੰ ਫਲਾਈ ਕਰਨਾ ਤਾਂ ਹੁਣ ਉਦੋਂ ਅਪਲਾਈ ਕਰੋ।
ਪਹਿਲੇ ਵਿਸ਼ੇ 'ਤੇ ਵੀ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ ਤਾਂ ਕਰ ਸਕਦੇ ਹੋ, ਜਿਹੜਾ ਪੱਤੀ ਹੋਣੀ ਗੱਲਬਾਤ ਸੁਣਾ ਕੇ ਗਏ ਜਾਂ 에ਅਰ ਟਰੈਵਲਿੰਗ ਦੀ। ਹੁਣ ਮੈਂ ਤੁਹਾਨੂੰ ਉਹਨਾਂ ਆਰਮੀ ਅਫੀਸਰ ਦੀ ਲਿਸਟ ਜਿਹੜੀ ਦੱਸਣੀ ਚਾਹੁੰਦਾ ਹੈ, ਜਿਹੜੇ ਜਨਰਲ ਬਿਪਿਨ ਰਾਵਤ ਉਹਨਾਂ ਦੇ ਨਾਲ ਹੈਲੀਕਾਪਟਰ ਦੇ ਵਿੱਚ ਜਿਨ੍ਹਾਂ ਹਾਦਸੇ 'ਚ ਮੌਤ ਹੋ ਗਈ। ਅਤੇ ਜਨਰਲ ਬਿਪਿਨ ਰਾਵਤ ਜਿਹੜੇ ਸੀ ਉਹ ਚੀਫ ਆਫ ਇੰਡੀਆ ਦੇ ਡਿਫੈਂਸ ਸਟਾਫ ਦੇ ਨਵੀਂ ਜਿਹੜੀ ਉਹਨਾਂ ਲਈ ਨੌਕਰੀ 2019 'ਚ ਸੈੱਟ ਕੀਤੀ ਗਈ ਜਦ ਉਹ ਆਰਮੀ ਚੀਫ ਤੋਂ ਰਿਟਾਇਰ ਹੋਏ। ਅਤੇ ਕੱਲਾ ਗਰੁੱਪ ਕੈਪਟਨ ਵਰਨ ਸਿੰਘ ਆ ਜਿਹੜਾ ਉਹ ਕ੍ਰਿਟੀਕਲ ਸਟੇਜ ਦੇ ਵਿੱਚ ਹੈ, ਜੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਜਿਹੜੀ ਲੜ ਰਿਹਾ। ਜਨਰਲ ਬਿਪਿਨ ਰਾਵਤ ਜਿਹੜੇ ਨੇ ਉਹ ਜਨਵਰੀ 1 2020 ਦੇ ਵਿੱਚ ਚੀਫ ਆਫ ਡਿਫੈਂਸ ਸਟਾਫ ਬਣੇ। ਤਿੰਨੇ ਹੀ ਜਿਹੜੇ ਸਾਡੇ ਅੰਗ ਨੇ ਫੌਜ ਦੇ, ਉਹਨਾਂ ਦਾ ਖਿਆਲ ਰੱਖਣ ਲਈ, ਉਹਨਾਂ ਦੀ ਬੜੋਤਰੀ ਦੇ ਲਈ, ਉਹਨਾਂ ਨੂੰ ਵਧੀਆ ਵੀ ਸਾਡੀ ਮਿਲਟਰੀ ਰਹੇ ਉੱਥੇ ਦੀ, ਉਹਦੇ ਕਰਕੇ। ਉਹਦੇ ਬਾਅਦ ਅਗਲੇ ਜਿਹੜੇ ਇਹਨਾਂ ਦੇ ਨਾਲ ਮਾਰੇ ਗਏ ਉਹ ਨੇ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ 11 ਗੋਰਖਾ ਰਾਈਫਲ ਦੇ ਵਿੱਚ ਸੀ, ਜਿਹੜੀ ਰੈਜੀਮੈਂਟ ਰਾਵਤ ਉਹਨਾਂ ਦੀ ਸੀ। ਉਹਨਾਂ ਨੇ CHN ਗਲੇਸ਼ੀਅਰ ਦੇ ਵਿੱਚ ਅਤੇ ਯੂਨਾਈਟਿਡ ਨੇਸ਼ਨ ਦੀ ਪੀਸ ਕੀਪਿੰਗ ਮਿਸ਼ਨ 'ਚ ਕੰਮ ਕੀਤਾ। ਲਖਨਊ ਦਾ ਪਰਿਵਾਰ ਅਤੇ ਦਿੱਲੀ ਰਹਿੰਦਾ। ਉਸ ਤੋਂ ਅੱਗੇ ਬਹੁਤ ਜਿਹੜੇ ਹੋਣਹਾਰ ਅਫਸਰ ਸਨ, ਬ੍ਰਿਗੇਡੀਅਰ LS ਲਿੱਦੜ ਉਹਨਾਂ ਦਾ ਪਿੰਡ ਲਿੱਦੜ ਕਲਾਂ ਅਤੇ ਅੱਜ ਕੱਲ੍ਹ ਪੰਚਕੂਲੇ ਰਹਿੰਦੇ ਸੀ, ਅਤੇ ਹੁਣ ਉਹ ਬ੍ਰਿਗੇਡੀਅਰ ਤੋਂ ਅੱਗੇ ਲੈਫਟੀਨੈਂਟ ਜਨਰਲ ਬਣ ਚੁੱਕੇ ਸੀ। ਡਿਫੈਂਸ ਅਸਿਸਟੈਂਟ ਸੀ ਉਹ, ਅਟੈਚੀ ਸਨ ਚੀਫ ਆਫ ਡਿਫੈਂਸ ਸਟਾਫ ਦੇ। ਬਹੁਤ ਪਾਵਰਫੁਲ ਪੋਜੀਸ਼ਨ ਸੀ ਅਤੇ ਬਹੁਤ ਹੋਣਹਾਰ ਇੱਕ ਅਫਸਰ ਸੀ, ਜਿਹੜੇ ਆਰਮੀ ਚੀਫ ਤੱਕ ਜਾ ਸਕਦੇ ਸੀ। ਉਹਨਾਂ ਦੀ ਵੀ ਇਸ ਦੇ ਵਿੱਚ ਮੌਤ ਹੋਈ ਹੈ। ਪੰਚਕੂਲੇ ਪਰਿਵਾਰ ਹੁਣ ਸੈਟ ਸੀ। ਲਿੱਦੜ ਕਲਾਂ ਪਿੰਡ ਹੈ। ਉਹਦੇ ਬਾਅਦ ਵਿੰਗ ਕਮਾਂਡਰ PS ਚੌਹਾਨ ਜਿਹੜੇ ਉੱਤਰ ਪ੍ਰਦੇਸ਼ ਦੇ ਆਗਰਾ ਤੋਂ। ਕਮਾਂਡਰ ਚੌਹਾਨ ਸਭ ਤੋਂ ਛੋਟੇ ਸਨ, 4 ਭੈਣਾਂ ਵੱਡੀਆਂ ਅਤੇ ਸਭ ਤੋਂ ਛੋਟੇ ਉਹਨਾਂ ਦੇ ਵਿੱਚ। ਸੈਨਿਕ ਸਕੂਲ ਰੇਵਾ ਮੱਧ ਪ੍ਰਦੇਸ਼ ਦੇ ਵਿੱਚ ਪੜ੍ਹੇ ਅਤੇ 2000 'ਚ ਏਅਰਫੋਰਸ ਜੁਆਇਨ ਕੀਤੀ। 2007 'ਚ ਵਿਆਹ ਹੋਇਆ। ਇਹ ਪਾਇਲਟ ਸਨ ਜਹਾਜ਼ ਦੇ, ਉਸ ਹੈਲੀਕਾਪਟਰ ਦੇ। ਸਕੁਆਡਰਨ ਲੀਡਰ ਕੇ ਸਿੰਘ ਇਹ ਵੀ ਨਾਲ, ਜਿਹੜੇ ਝੁੰਝਨੂ ਜ਼ਿਲ੍ਹਾ ਰਾਜਸਥਾਨ ਦੇ ਵਿੱਚੋਂ ਇਹ ਬਿਲੋਂਗ ਕਰਦੇ ਸਨ ਅਤੇ ਏਅਰਫੋਰਸ 2013 'ਚ ਗਿਆ। ਜੂਨੀਅਰ ਵਾਰੰਟ ਆਫਿਸਰ ਪ੍ਰਦੀਪ ਅਤੇ ਇਹ ਥਿਸੂਰ ਡਿਸਟ੍ਰਿਕਟ ਦੇ ਵਿੱਚੋਂ ਰਹਿਣ ਵਾਲੇ ਸਨ। ਅਤੇ ਉਸ ਤੋਂ ਬਾਅਦ ਜੂਨੀਅਰ ਵਾਰੰਟ ਆਫਿਸਰ ਰਾਣਾ ਪ੍ਰਤਾਪ ਦਾਸ ਇੰਡੀਅਨ ਏਅਰਫੋਰਸ ਦੇ ਵਿੱਚ ਉੜੀਸਾ ਤੋਂ ਰਹਿਣ ਵਾਲੇ ਸਨ ਇਹ। ਅਤੇ ਸੋ ਅਗਲੇ ਜਿਹੜੇ ਨੇ ਸਤਪਾਲ, ਹਵਲਦਾਰ ਸਤਪਾਲ, ਉਹ ਗੋਰਖਾ ਰਾਈਫਲ 'ਚ ਕੰਮ ਕਰਦੇ ਸੀ। ਟੈਲੀਫੋਨ 'ਤੇ ਪਰਿਵਾਰ ਨਾਲ ਗੱਲ ਕੀਤੀ ਜਾਂ ਚੌਪਰ 'ਤੇ ਚੜ੍ਹੇ। ਉਹਨਾਂ ਦਾ ਇੱਕ ਹੋਰ ਬੇਟਾ ਵੀ ਆਰਮੀ ਦੇ ਵਿੱਚ ਹੈ। ਲੈਂਸ ਨਾਇਕ ਵਿਵੇਕ ਕੁਮਾਰ, ਪੈਰਾ ਕਮਾਂਡੋ, ਪਰਸਨਲ ਸਿਕਿਉਰਿਟੀ ਅਫੀਸਰ, ਚੀਫ ਆਫ ਸਟਾਫ ਜਿਹੜੇ ਬਿਪਿਨ ਰਾਵਤ ਉਹਨਾਂ ਦੇ ਇਹ ਸਨ। ਕਾਂਗੜਾ ਡਿਸਟ੍ਰਿਕਟ ਹਿਮਾਚਲ ਪ੍ਰਦੇਸ਼ ਤੋਂ। ਅਤੇ 1 ਮਹੀਨਾ ਅਗਸਤ ਦੇ ਵਿੱਚ ਉਹ ਘਰੇ ਰਹਿ ਕੇ ਗਏ ਜਦ ਉਹਨਾਂ ਦੇ ਪੁੱਤਰ ਦਾ ਜਨਮ ਹੋਇਆ। ਉਸ ਤੋਂ ਬਾਅਦ ਲੈਂਸ ਨਾਇਕ ਸਾਈਂ ਤੇਜਾ, ਇਹ 27 ਵਰ੍ਹਿਆਂ ਦੇ ਪਰਸਨਲ ਸਿਕਿਉਰਿਟੀ ਅਫੀਸਰ ਸੀ। ਇਹ ਵੀ ਜਨਰਲ ਰਾਵਤ ਦੇ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਉਹਦੇ ਬਾਅਦ ਨਾਇਕ ਜਤਿੰਦਰ ਕੁਮਾਰ, ਮੱਧ ਪ੍ਰਦੇਸ਼ ਸਿਹੋਰ ਜ਼ਿਲ੍ਹੇ 'ਚ। ਅਤੇ ਇਹ ਤੋਂ ਇਸ ਤੋਂ ਅੱਗੇ ਨਾਇਕ ਗੁਰਸੇਵਕ ਸਿੰਘ ਜਿਹੜੇ ਪਰਸਨਲ ਬਾਡੀਗਾਰਡ ਸਨ, ਸਿਕਿਉਰਿਟੀ ਅਫੀਸਰ ਸਨ ਜਨਰਲ ਰਾਵਤ ਦੇ। ਮਾਝੇ ਦੇ ਵਿੱਚ ਇਹਨਾਂ ਦਾ ਪਿੰਡ ਹੈ। 35 ਵਰ੍ਹਿਆਂ ਦੀ ਉਮਰ ਹੈ। ਸੋ ਇਹ ਬੰਦੇ ਇਸ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਵੱਡੇ ਅਫਸਰ ਜਿਹੜੇ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਬ੍ਰਿਗੇਡੀਅਰ ਲਿੱਦੜ ਅਤੇ ਵਿੰਗ ਕਮਾਂਡਰ ਚੌਹਾਨ
ਸਕੁਆਡਰਨ ਲੀਡਰ ਕੁਲਦੀਪ ਸਿੰਘ, ਜੂਨੀਅਰ ਵਾਰੰਟ ਆਫਿਸਰ ਪ੍ਰਦੀਪ ਅਰਾਕਲ, ਅਤੇ ਉਸ ਤੋਂ ਬਾਅਦ ਜੂਨੀਅਰ ਵਾਰੰਟ ਆਫਿਸਰ ਰਾਣਾ ਪ੍ਰਤਾਪ ਦਾਸ, ਹਵਾਲਦਾਰ ਸਤਪਾਲ, ਲੈਫਟੀਨੈਂਟ ਵਿਵੇਕ ਕੁਮਾਰ, ਲੈਫਟੀਨੈਂਟ ਸਾਈ ਤੇਜਾ, ਨਾਇਕ ਜਤਿੰਦਰ ਕੁਮਾਰ, ਨਾਇਕ ਗੁਰਸੇਵਕ ਸਿੰਘ। ਸੋ ਇਹਨਾਂ ਦੀ ਮੌਤ ਹੋਈ ਹੈ। ਬਹੁਤ ਵੱਡਾ ਘਾਟਾ ਹੈ ਪਰਿਵਾਰਾਂ ਨੂੰ ਜਿਨ੍ਹਾਂ ਦੇ ਜੀਅ ਚਲੇ ਗਏ। ਉਹਦੇ ਬਾਅਦ ਵੱਡੀ ਐਡਾ ਜਿਹੜਾ ਹੈ, ਜੇ ਦੇਖਿਆ ਜਾਵੇ ਬਈ ਛੋਟੇ ਜਿਹੜੇ ਰੁਤਬੇ ਨਹੀਂ ਹੁੰਦੇ, ਬਹੁਤ ਵੱਡੇ ਰੁਤਬੇ ਨੇ। ਬ੍ਰਿਗੇਡੀਅਰ ਬਣਨਾ, ਲੈਫਟੀਨੈਂਟ ਕਰਨਲ ਬਣਨਾ, ਬੈਂਕ ਕਮਾਂਡਰ, ਸਕੁਆਡਰਨ ਲੀਡਰ ਬਣਨਾ, ਅਤੇ ਥੱਲਿਓਂ ਨਾਇਕ ਤੋਂ ਸ਼ੁਰੂ ਹੋ ਕੇ ਲੈਫਟੀਨੈਂਟ ਨਾਇਕ ਅਤੇ ਜੂਨੀਅਰ ਵਾਰੰਟ ਆਫਿਸਰ, ਅਲੱਗ-ਅਲੱਗ ਏਅਰਫੋਰਸ ਦੇ ਅਤੇ ਥਲ ਸੈਨਾ ਦੇ ਇਹ ਰੈਂਕ ਨੇ। ਸ਼ੈਲੀ ਤੇਜਾ ਜੀ, ਲਾਈਨ ਨੰਬਰ 1। ਜੀ ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਤੇਜਾ ਸਾਹਿਬ। ਗਿਲ ਸਾਹਿਬ, ਬਹੁਤ ਦੁੱਖ ਵਾਲੀ ਗੱਲ ਹੈ ਜਿਹੜੀ ਕੱਲ ਜਿਹੜੀ ਸਵੇਰੇ ਸਵੇਰੇ ਖਬਰ ਮਿਲੀ ਨਾ, ਜਿਹੜੀ ਜੀ 13 ਬੰਦੇ ਸਾਡੀ ਡਿਫੈਂਸ ਫੋਰਸਿਸ ਦੇ ਚੀਫ ਔਰ ਉਸ ਤੋਂ ਇਲਾਵਾ ਉਹਨਾਂ ਦੇ ਨਾਲ ਜਿੰਨੇ ਅਫਸਰ ਸੀ ਔਰ ਜਿੰਨੇ ਜਵਾਨ ਸੀ, ਸਮਝ ਲਓ ਕਿ ਇਹ ਜਿਹੜੇ CDS ਦੇ ਨਾਲ ਜਿਹੜੇ ਵੀ ਅਫਸਰ ਹੁੰਦੇ ਨੇ, ਸਮਝ ਲਓ ਬੈਸਟ ਆਫ ਬੈਸਟ ਹੁੰਦੇ ਨੇ। ਬੈਸਟ ਆਫ ਬੈਸਟ, ਬਿਲਕੁਲ ਠੀਕ। ਹਾਂਜੀ, ਇਹ ਜਿਹੜੇ ਤੁਸੀਂ ਰੈਂਕਸ ਦੀ ਵੀ ਗੱਲ ਕਰਦੇ ਹੋ ਨਾ, ਜਿਹੜੇ ਗੁਰਸੇਵਕ, ਉਹ ਹੋਰ ਵੀ ਜਿਹੜੇ ਰੈਂਕਸ ਦੇ ਸੀ ਜਾਂ ਜਿਹੜੇ ਅਫਸਰ ਸੀ ਜਿਹੜੇ ਉਹਨਾਂ ਦੇ ਨਾਲ ਲੱਗੇ ਹੋਏ ਅਫਸਰ, ਬ੍ਰਿਗੇਡੀਅਰ ਲਿੱਦੜ ਔਰ ਕਰਨਲ ਹਰਜਿੰਦਰ ਸਿੰਘ, ਇਹ ਮਤਲਬ ਕਿ ਇਲੀਟ, ਇਹਨਾਂ ਦੀ ਸਿਲੈਕਸ਼ਨ ਬੜੀ ਜ਼ਬਰਦਸਤ ਹੁੰਦੀ ਹੈ। ਉਹਦੇ ਵਿੱਚੋਂ ਇਹ ਬੈਸਟ ਬ੍ਰੇਨ ਔਰ ਸਮਾਰਟੈਸਟ ਬ੍ਰੇਨ ਜਿਹੜੇ ਸੀ ਇਹਨਾਂ ਦੇ ਨਾਲ ਸੀ, ਜਿਹੜੇ ਕੱਲ ਬੜੇ ਅਨਫੋਰਚੂਨੇਟਲੀ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ। ਬਹੁਤ ਦੁਖਦਾਈ ਖਬਰ ਹੈ। ਜੀ 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 ਜੀ। ਔਰ ਦੂਸਰੀ ਚੀਜ਼ ਇਹ ਸੀ ਕਿ ਇਹ ਜਿਹੜੇ ਜਨਰਲ ਬਿਪਨ ਰਾਵਤ ਸੀ, ਇਹ ਮਾਨਕ ਸ਼ਾਹ ਤੋਂ ਬਾਅਦ, ਮਾਨਕ ਸ਼ਾਹ ਨੂੰ ਅਸੀਂ ਮੰਨਦੇ ਹਾਂ ਕਿ ਇੱਕ 4 ਸਟਾਰ ਜਨਰਲ ਰਹੇ। ਉਹਨਾਂ ਦੇ ਵਿੱਚ ਮੇਰੇ ਫਾਦਰ ਉਹਨਾਂ ਦੇ ਨਾਲ ਸਰਵ ਕੀਤਾ। ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਕਿ ਮਾਨਕ ਸ਼ਾਹ ਦੇ ਵਿੱਚ ਕੀ ਗੱਲ ਹੁੰਦੀ ਸੀ। ਉਹ ਕਹਿੰਦੇ ਸੀ ਇੰਨੇ ਡਾਇਨਾਮਿਕ ਪਰਸਨੈਲਿਟੀ ਸੀ ਨਾ, ਬਲੂ ਆਈਡ ਸੀ, ਉਹ ਪਾਰਸੀ ਸੀ ਉੱਦਾਂ, ਪਰ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਪੜ੍ਹਾਈ ਲਿਖਾਈ ਕੀਤੀ, ਅੰਮ੍ਰਿਤਸਰ ਦੇ ਜੰਪਲ ਸੀ। ਉਹਨਾਂ ਦੇ ਵਿੱਚ ਉਹ ਕਹਿੰਦੇ ਸੀ ਇਹੋ ਜਿਹੀ ਪਰਸਨੈਲਿਟੀ ਸੀ ਜਿਹੜੀ ਨਾ ਮੋਟੀਵੇਟ ਕਰਦੀ ਸੀ ਦੂਸਰੇ, ਉਹਨਾਂ ਨੂੰ ਕੋਈ ਮਿਲ ਲੈਂਦਾ ਸੀ ਨਾ ਇੱਕ ਵਾਰੀ, ਜਿਹਨੂੰ ਕਹਿੰਦੇ ਨਾ ਆਕਰਸ਼ਕ ਕਰਦੀ ਸੀ। ਏਦਾਂ ਹੀ ਜਿਹੜੇ ਬਿਪਨ ਰਾਵਤ ਸੀ, ਇਹ ਗੋਰਖਾ ਰੈਜੀਮੈਂਟ ਨੂੰ ਬਿਲੋਂਗ ਕਰਦੇ ਸੀ। 11 ਗੋਰਖਾ ਤੋਂ ਇਹ ਸੀ, ਇਹਨਾਂ ਦੇ ਫਾਦਰ ਵੀ 11 ਗੋਰਖਾ ਦੇ ਨਾਲ ਹੀ ਰਹੇ ਨੇ। ਜਿਹੜੇ ਇਨਫੈਂਟਰੀ ਅਫਸਰ ਹੁੰਦੇ ਨਾ ਗਿਲ ਸਾਹਿਬ, ਇਹ ਬੈਸਟ ਅਫਸਰ ਹੁੰਦੇ ਨੇ ਇਸ ਕਰਕੇ ਕਿਉਂਕਿ ਇਨਫੈਂਟਰੀ ਦੀ ਜੌਬ ਸਭ ਤੋਂ ਔਖੀ ਜੌਬ, ਪੈਦਲ ਚੱਲਣ ਵਾਲੀ। ਇਹ ਗੱਡੀਆਂ ਵਾਲੇ ਬੰਦੇ ਨਹੀਂ ਹੁੰਦੇ, ਇਹ ਪੈਦਲ ਚੱਲਣ ਵਾਲੇ ਬੰਦੇ। ਉਹਨਾਂ ਨੇ ਟ੍ਰੇਨਿੰਗ ਬੜੀ ਹਾਰਡ ਹੁੰਦੀ। ਜਿਨ੍ਹਾਂ ਨੇ ਇਨਫੈਂਟਰੀ 'ਚ ਜੌਬ ਕੀਤੀ, ਸਰਵਿਸ ਕੀਤੀ ਹੁੰਦੀ ਨਾ ਆਰਮੀ 'ਚ, ਉਹ ਬੜੇ ਹੀ ਹਾਰਡਰ ਦੇ ਸੋਲਜਰਸ ਹੁੰਦੇ ਨੇ। ਇਹ ਕਿਉਂਕਿ ਇਹ ਆਪ ਉਹਦਾ ਗੜਵਾਲ ਤੋਂ ਸੀ। ਗੜਵਾਲੀ ਵੀ ਸਾਡੇ ਵਾਂਗੂ ਮਾਰਸ਼ਲ ਰੇਸ ਹੈ, ਜਿੱਦਾਂ ਰਾਜਪੂਤ, ਗੜਵਾਲੀ, ਮਰਾਠੇ, ਇਹ ਦੇ ਆਰ ਆਲ ਹਰਿਆਣਵੀ, ਦੇ ਆਰ ਆਲ ਵੈਰੀ ਗੁੱਡ ਸੋਲਜਰਸ। ਸੋ ਇਹ ਉਦੋਂ ਇੱਕ ਤਾਂ ਇਨਫੈਂਟਰੀ ਸੋਲਜਰ ਸੀ, ਦੂਸਰੇ ਇਹ ਜਵਾਨਾਂ ਦੇ ਨਾਲ, ਜਵਾਨਾਂ ਦੇ ਦਰਦ ਨੂੰ ਉਹਨਾਂ ਨੂੰ ਸਮਝਣ ਵਾਲੇ ਸੀ ਔਰ ਇਸ ਰੈਂਕ ਤੱਕ ਪਹੁੰਚੇ। ਉਹਦੇ ਕਾਰਨ ਇਹਨਾਂ ਦੀ ਜਿਹੜੀ 4 ਸਟਾਰ ਜਨਰਲ ਬਣਨ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਜਿਹੜੀ ਸਟ੍ਰੈਟਜੀ ਸੀ ਜਾਂ ਪਲੈਨਿੰਗ ਸੀ, ਜਾਂ ਜਿਹੜਾ CDS ਬਣਨਾ, ਪਹਿਲਾਂ CDS ਨਹੀਂ ਸੀ, ਪਹਿਲਾਂ ਸੀ ਆਰਮੀ ਚੀਫ ਤੇ ਨਾ। ਇਹਨਾਂ ਨੇ ਫਿਰ ਕੀ ਕੀਤਾ, ਅਮਰੀਕਾ ਦਾ ਮਾਡਲ ਔਰ ਫਰਾਂਸ ਔਰ ਇੰਗਲੈਂਡ ਦਾ ਮਾਡਲ ਨੂੰ ਇੰਡੀਆ 'ਚ ਅਪਣਾਇਆ, ਜਿਹੜੀ ਅੱਜ ਕੱਲ੍ਹ ਮਾਡਰਨਾਈਜ਼ ਆਰਮੀ ਦਾ ਵਿੱਚ ਕੀਤਾ ਜਾ ਰਿਹਾ ਸੀ। ਉਹਦੇ ਵਿੱਚ ਜਨਰਲ ਬਿਪਨ ਰਾਵਤ ਦਾ ਬੜਾ ਵੱਡਾ, ਤੁਸੀਂ ਇਹ ਦੇਖੋਗੇ ਕਿ ਜਿਹੜਾ ਸੋਲਜਰ ਕੋਲ ਗਨ ਹੁੰਦੀ ਆ, ਉਹ ਹੁਣ AK-203 ਰਸ਼ੀਆ ਕੋਲ ਮੈਨੂਫੈਕਚਰ ਕਰਨ ਜਾ ਰਹੇ ਨੇ ਜੁਆਇੰਟਲੀ, ਕਿਉਂਕਿ ਸੋਲਜਰ ਨੇ ਤੇ ਗਨ ਨਾਲ ਲੜਨਾ। ਗਨ ਮਾਡਰਨ ਗਨ ਦਾ ਜਿਹੜਾ ਕੰਸੈਪਟ ਸੀ, ਇਹ ਵੀ ਬਿਪਨ ਰਾਵਤ ਦੀ ਦੇਣ ਸੀ। ਔਰ ਇਹਨਾਂ ਨੇ ਇੰਡੀਅਨ ਆਰਮੀ ਨੂੰ ਮਾਡਰਨਾਈਜ਼ ਕਰਨ ਦੇ ਵਿੱਚ ਸਟ੍ਰੈਟਜੀਜ਼ ਬਣਾ। ਇੱਕ ਹੋਰ ਇੱਕ ਚੀਜ਼ ਇਹਨਾਂ ਨੇ ਬਿਪਨ ਰਾਵਤ ਨੇ ਇਹ ਕੀਤੀ, ਇਹਨਾਂ ਨੇ ਕਿਹਾ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵਾਰ ਦਾ ਘੱਟ ਖਰਚਾ, ਬੈਟਲ ਹੋਣ ਦੇ ਚਾਂਸਸ ਜ਼ਿਆਦਾ ਨੇ। ਬੈਟਲ ਮਤਲਬ ਇੱਕ ਸਮਾਲ ਫੀਲਡ ਦੇ ਵਿੱਚ ਲੜਾਈ ਹੋਣੀ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਇੱਕ ਇਨਫੈਂਟਰੀ ਬੈਟਲ ਗਰੁੱਪ, IBG ਕਹਿੰਦੇ ਨੇ ਜੀ, ਇਹ ਇੱਕ ਨਵਾਂ ਕੰਸੈਪਟ ਆਇਆ ਕਿ ਇੱਕ ਜਿਹਦੇ ਵਿੱਚ ਇਨਫੈਂਟਰੀ ਰੈਜੀਮੈਂਟ, 에ਅਰਫੋਰਸ ਦੇ ਕੁਝ ਪਾਰਟ ਤੇ ਨੇਵੀ ਦੇ ਸੀਲਸ ਮਿਲ ਕੇ ਇੱਕ ਛੋਟੇ ਛੋਟੇ ਗਰੁੱਪ ਬਣਾਉਣ ਦਾ ਇਹਨਾਂ ਨੇ ਸਿਸਟਮ ਸ਼ੁਰੂ ਕੀਤਾ। ਸੋ ਇਹਨਾਂ ਦਾ ਚਲੇ ਜਾਣਾ ਔਰ ਇਹਨਾਂ ਐਲੀਟ ਜਿਹੜੇ ਉਹਨਾਂ ਦੇ ਨਾਲ ਸੀ, ਜਿਹੜੇ ਬੈਸਟ ਬ੍ਰੇਨ ਸੀ, ਸਮਾਰਟੈਸਟ ਬ੍ਰੇਨ ਸੀ ਆਰਮੀ ਦਾ, ਉਹਨਾਂ ਦਾ ਸਭ ਦਾ ਚਲੇ ਜਾਣਾ ਬੜਾ ਹੀ ਦੁਖਦਾਈ ਹੈ। ਔਰ ਅਸੀਂ ਤੇ ਪਰਮਾਤਮਾ ਨੂੰ ਬਸ ਇਹੀ ਅਰਦਾਸ ਹੀ ਕਰ ਸਕਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਤੇ ਕੰਟਰੀ ਨੂੰ ਜਿਹੜੀ ਲਾਸ ਹੋਇਆ ਉਸ ਨੂੰ ਤੇ ਭਰਾਇਆ ਨਹੀਂ ਜਾ ਸਕਦਾ। ਲੇਕਿਨ ਉਹ ਹੈ ਕਿ ਸ਼ੋ ਮਸਟ ਗੋ ਔਨ। ਉਹ ਲੀਡਰਸ਼ਿਪ ਹੋਰ ਹੁੰਦੀ, ਸੈਕੰਡ ਰਨ ਉਹਨਾਂ ਨੇ ਆ ਜਾਣਾ। ਪਰ ਤੁਸੀਂ ਇਹ ਲਿਆਂਦਾ ਪ੍ਰੋਗਰਾਮ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ। ਥੈਂਕ ਯੂ ਸੋ ਮਚ। ਧੰਨਵਾਦ ਜੀ ਤੇਜਾ ਸਾਹਿਬ, ਥੈਂਕ ਯੂ। ਗੱਲ ਇਹ
ਤੁਹਾਨੂੰ ਝੰਜੋੜਦਾ ਤਾਂ ਵੈਸੇ ਹੀ ਹੈ, ਪਰ ਤੁਹਾਡੇ ਕੋਈ ਜਾਣਨ ਵਾਲਿਆਂ ਦੇ ਵਿੱਚੋਂ ਜਦ ਤੁਹਾਡਾ ਪਤਾ ਲੱਗਦਾ ਤੁਹਾਨੂੰ ਬਈ ਉਹ ਬੰਦਾ ਸੀ, ਫਿਰ ਤੁਸੀਂ ਹੋਰ ਦੁੱਖ 'ਚ ਜਾਂਦੇ ਹੋ ਬਈ ਯਾਰ। ਕਿਉਂਕਿ ਦੇਖੋ ਮਰਤਾ ਜਾਣਾ ਕਿਸੇ ਵੀ ਇਨਸਾਨ ਦਾ ਦੁੱਖ ਦਾ ਕਾਰਨ ਹੈ, ਪਰ ਜਿੱਥੇ ਤੁਹਾਡੀ ਸਾਂਝ ਹੋਵੇ, ਤੁਹਾਡੀ ਨਾ ਹੋਵੇ ਡਾਇਰੈਕਟ, ਤੁਹਾਡੇ ਦੋਸਤ ਦੀ ਗਾਂ ਕੋਈ ਸਾਂਝ ਹੋਵੇ ਜਿਹੜਾ ਦੱਸ ਦੇਵੇ ਯਾਰ ਇਹੋ ਜਿਹਾ ਬੰਦਾ ਸੀ ਇਹ, ਅਤੇ ਉਹ ਕਹਾਣੀ ਬੜੀ ਅਲੱਗ ਹੋ ਜਾਂਦੀ ਹੈ। ਇਹ ਜਿਹੜੇ ਅਫਸਰ ਗਏ ਨੇ, ਤੁਸੀਂ ਚੀਫ ਦੇ ਨਾਲ ਡਿਫੈਂਸ ਆਫ ਸਟਾਫ ਦੇ ਨੇੜੇ ਰਹਿਣ ਵਾਲੇ ਅਲੀਟ ਜਿਹੜੇ ਦੋ ਵੱਡੇ ਅਫਸਰ, ਦੋਨੇ ਹੀ, ਇੱਕ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਉਹਦੇ ਬਾਅਦ ਬ੍ਰਿਗੇਡੀਅਰ ਲਿੱਦੜ ਹੋਣੀ ਸਪੈਸ਼ਲ ਜਿਹੜੇ ਅਸਿਸਟੈਂਟ, ਡਿਫੈਂਸ ਅਸਿਸਟੈਂਟ, ਯਾਨੀ ਮਤਲਬ ਜਿਹੜਾ ਸਾਰਾ ਕੰਮਕਾਰ ਉਹ ਜਨਰਲ ਰਾਵਤ ਦਾ ਵੇਖਦੇ ਸੀ, ਅਤੇ ਉਹ ਲੈਫਟੀਨੈਂਟ ਜਨਰਲ ਬਣ ਚੁੱਕੇ ਸੀ ਹੁਣ। ਪਰ ਜਨਰਲ ਰਾਵਤ ਜਿਵੇਂ ਪਤਾ ਲੱਗਿਆ, ਉਹ ਕਹਿੰਦੇ ਨਾ ਤੂੰ, ਮੈਂ ਹੀ ਤੈਨੂੰ ਕੋਲ ਹੀ, ਤੂੰ ਮੇਰੇ ਨਾਲ ਰਹਿਣਾ। ਅਤੇ ਬੜੀ ਸਾਰੇ ਦੋਸਤ ਮਿੱਤਰਾਂ ਦੇ ਸਰਕਲ 'ਚ ਇਹ ਕਹਿੰਦੇ ਸੀ ਵੀ ਉਹ ਆਰਮੀ ਚੀਫ ਬਣਨਗੇ ਅਗਲੇ। ਲੈਫਟੀਨੈਂਟ ਜਨਰਲ ਤੋਂ ਅੱਗੇ ਹੋਰ 2-4 ਸਾਲ ਦਾ ਕੰਮ ਸੀ। ਅਤੇ ਐਨੀਵੇਜ਼, ਪਰ ਇਹ ਕੰਟਰੋਲ ਨਹੀਂ ਹੁੰਦਾ ਜੀ, ਇਹ ਤਾਂ ਲਿਖਤ ਹਾਰ ਜਿਹੜਾ ਮਰਨ ਲਿਖਾ ਕੇ ਮੰਡਲ 'ਚ ਆਉਣਾ, ਇਹ ਸੱਚ ਹੈ। ਹੁਣ ਜਿਹੜੀ ਗੱਲਬਾਤ ਆਪਾਂ ਕਰਨੀ ਹੈ ਉਹ ਹਰ ਵੀਰਵਾਰ ਨੂੰ ਕਰਦੇ ਹਾਂ। ਪਿਛਲੇ 5 ਹਫ਼ਤਿਆਂ ਤੋਂ ਸੁਕੈਜ਼ਮਾ, ਜਿਹੜੀ ਸੁਸਾਇਟੀ ਆਫ ਕੈਨੇਡੀਅਨਸ ਸਟੱਡਿੰਗ ਮੈਡੀਸਨ ਅਬਰੋਡ, ਸਾਡੇ ਕੈਨੇਡੀਅਨ ਡਾਕਟਰ ਜਿਹੜੇ ਇੱਥੇ ਸੀਟਾਂ ਨਾ ਮਿਲਣ ਕਰਕੇ ਜਾਂ ਜਿਹੜਾ ਉਹਨਾਂ ਦਾ ਇੱਥੇ ਦੇ ਸਾਡੇ ਮੈਡੀਕਲ ਕਾਲਜਸ ਦੇ ਵਿੱਚ ਦਾਖਲਾ ਨਾ ਹੋਣਾ, ਅਲੀਟ ਆਫ ਅਲੀਟ ਜਦੋਂ ਲੈਂਦੇ ਨੇ, MCAT ਦੇ ਵਿੱਚ ਨੰਬਰ ਕੱਟਣੇ 26, 27 ਵਰ੍ਹਿਆਂ ਦੀ ਉਮਰ ਦੇ ਵਿੱਚ, ਫਿਰ ਉਹ ਪਰਦੇਸੀ ਹੁੰਦੇ ਆ, ਬਾਹਰ ਪੜ੍ਹਨ ਜਾਂਦੇ ਆ। ਅਤੇ ਫਿਰ ਜਦੋਂ ਮੁੜ ਕੇ ਆਉਂਦੇ ਆ ਤਾਂ ਫਿਰ ਉੱਥੇ ਜਿਹੜਾ ਆ ਕੇ ਫਿਰ ਡਾਕਟਰ ਨਾ ਇੱਥੇ ਬਣਨਾ, ਉਹ ਬਹੁਤ ਵੱਡਾ ਇਸ਼ੂ ਹੈ। ਪੜ੍ਹਾਈਆਂ ਹੁਣ ਸਰੀਰ, ਮਨੁੱਖੀ ਸਰੀਰ ਇੱਕੋ ਹੈ, ਇੱਕੋ ਐਨਾਟਮੀ ਹੈ, ਪੈਥੋਲੋਜੀ ਇੱਕੋ ਹੀ ਹੈ, ਅਤੇ ਬਹੁਤ ਕਾਬਲ ਡਾਕਟਰਾਂ ਦਾ ਇੱਥੇ ਆ ਕੇ ਰੁਲ ਜਾਣਾ। ਤੁਸੀਂ ਡਾਕਟਰ ਸ਼ਲਿੰਦਰ ਸਿੰਘ ਦੇ ਨਾਲ ਗੱਲਬਾਤ ਸੁਣੀ ਹੈ। ਇੱਕ ਦਿਨ ਆਪਾਂ ਅੱਗੇ ਗੱਲ ਕੀਤੀ ਸੀ, ਇੱਕ ਲੋਕਲ ਐਨੋਨਮਸ ਡਾਕਟਰ ਨੇ ਆ ਕੇ ਦੱਸਿਆ ਸੀ ਸਿਚੁਏਸ਼ਨ ਕੀ ਆ, ਕਿਸ ਤਰ੍ਹਾਂ ਬਾਡੀਜ਼ ਨੇ ਜਿਹੜੀਆਂ। ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਹੜੀ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨ ਅਤੇ ਸਰਜਨ ਹੈ, ਉਹਦੇ ਵਿੱਚ ਹੁਣ ਹੌਲੀ ਹੌਲੀ ਜਿਹੜੀ ਗੱਲ ਚੱਲ ਰਹੀ ਹੈ ਵੀ ਡਾਕਟਰਸ ਕੱਢ ਕੇ ਆਮ ਸਿਵਲੀਅਨ ਪਾਏ ਜਾ ਰਹੇ ਨੇ। ਬਹੁਤ ਵੱਡਾ ਗੈਪ ਹੈ। ਜਿਹੜੇ ਸੂਬੇ ਦੇ ਕਾਨੂੰਨ ਬਣਾਉਣ ਵਾਲੇ ਲਾਅ ਮੇਕਰਸ ਨੇ, MLA ਅਤੇ ਮਿਨਿਸਟਰ ਨੇ, ਡਾਕਟਰਸ ਨੇ, ਯੂਨੀਵਰਸਿਟੀਜ਼ ਨੇ, ਇਹ ਆਪਸ ਵਿੱਚ ਇੰਟੀਗ੍ਰੇਸ਼ਨ ਨਹੀਂ ਹੈ। ਡਾਕਟਰਾਂ ਦੀ ਕਮੀ ਉਹ ਕਦੇ ਨਹੀਂ ਤੁਹਾਨੂੰ ਦਿਖਾਉਣਗੇ, ਡਾਕਟਰ ਉਹ ਕਦੇ ਨਹੀਂ ਤੁਹਾਨੂੰ ਦੱਸਣਗੇ ਕਿ ਇੱਥੇ ਡਾਕਟਰਾਂ ਦੀ ਕਮੀ ਹੈ, ਕਿਉਂਕਿ ਬਜਟ ਉਹਨਾਂ ਸੈੱਟ ਕਰਦੇ ਨੇ ਉਹ ਕਿ ਜਿਹੜੇ ਬਜਟ ਦੇ ਹਿਸਾਬ ਨਾਲ ਡਾਕਟਰ ਇਨਫ ਨੇ। ਇਹ ਡਾਕਟਰ ਜਿਹੜੇ ਨੇ ਇਹਨਾਂ ਨੂੰ ਮੁੜਨਾ ਪੈਂਦਾ ਆ ਕੇ, ਉਹਨਾਂ ਦੀਆਂ ਸੀਟਾਂ ਬਹੁਤ ਘੱਟ ਨੇ। ਜੇ 3000 ਰੈਜ਼ੀਡੈਂਸੀ ਹੈ ਤਾਂ ਉਹਦੇ ਵਿੱਚੋਂ ਕੁਝ ਕੁ 100 ਹੀ ਉਹਨਾਂ ਦੇ ਕੋਲ ਹੈ। ਜੇ 27-28 ਡਿਸਿਪਲਿਨ ਦੇ ਵਿੱਚ ਦੂਜੇ ਡਾਕਟਰ MD ਕਰ ਸਕਦੇ ਨੇ, ਜਿਹੜੇ ਇਹਨਾਂ ਨੂੰ 4 ਨੇ। ਉਸ ਦਿਨ ਸਵਾਲਾਂ ਦੇ ਜਵਾਬ ਵੀ ਡਾਕਟਰ ਸ਼ਰਿੰਦਰ ਸਿੰਘ ਨੇ ਦਿੱਤੇ ਸੀ, ਜਿਹੜੇ ਬੀਕਾਨੇਰ ਦੇ ਵਿੱਚੋਂ MD ਕਰਕੇ ਜਿਹੜੇ ਉਸ ਤੋਂ ਬਾਅਦ ਉਹ ਇੱਥੇ ਪਹੁੰਚੇ ਆ ਕੇ। ਹੁਣ ਉਹ ਉਬਰ ਈਟ ਅਤੇ ਉਬਰ ਦੀਆਂ ਸੇਵਾਵਾਂ ਜਿਹੜੀਆਂ ਦੇ ਰਹੇ ਨੇ। ਸੋ ਇਸ਼ੂ ਜਿਹੜੇ ਨੇ ਉਹ ਵੱਡੇ ਨੇ। ਡਾਕਟਰ ਨਥਾਨੀ ਨੇ ਓਕਲਾਹੋਮਾ ਦੇ ਵਿੱਚ, ਅਮਰੀਕਾ ਦੇ ਵਿੱਚ, ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਨਾਲ ਅੱਜ ਗੱਲਬਾਤ ਕਰਨ ਦੀ, ਅਤੇ ਉਹ ਵੀ ਅਮਰੀਕਾ ਦੇ ਵਿੱਚ ਨੇ, ਪੜ੍ਹ ਕੇ ਆਏ ਅਤੇ ਇੱਥੇ ਆ ਕੇ ਹੁਣ ਅਮਰੀਕਾ ਦੇ ਵਿੱਚ ਕੀ ਕੰਮ ਕਰਦੇ ਆ, ਕੈਨੇਡਾ 'ਚ ਕਿਉਂ ਨਹੀਂ ਆ ਸਕਦੇ, ਇਸ ਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਪਰ ਇਸ਼ੂ ਜਿਹੜਾ ਹੈ ਉਹ ਬਹੁਤ ਵੱਡਾ ਹੈ।
ਇਹ ਕਾਰਨ ਜਿਹੜਾ ਉਹ ਇਹ ਹੈ ਕਿ ਜਿਹੜੇ ਡਾਕਟਰ ਨੇ ਇਹ ਜਦ ਪੜ੍ਹਾਈ ਕਰਕੇ ਆ ਜਾਂਦੇ ਨੇ ਉਹਨਾਂ ਨੂੰ ਸਿਸਟਮ ਇੱਥੇ ਅਡਾਪਟ ਜਿਹੜਾ ਉਹ ਕਿਉਂ ਨਹੀਂ ਕਰਦਾ? ਉਹਦਾ ਕਾਰਨ ਕੀ ਹੈ? ਉਹਨਾਂ ਕੋਲ ਤਜਰਬੇ ਨੇ, ਇਹਨਾਂ ਦੇ ਟੈਸਟ ਨੇ, ਉਹ ਟੈਸਟ ਵੀ ਕਲੀਅਰ ਕਰਦੇ ਨੇ, ਪਰ ਫਿਰ ਵੀ ਵੇਟ ਕਰਦੇ ਨੇ। ਹੁਣ ਡਾਕਟਰ ਸ਼ੈਲਿੰਦਰ ਸਿੰਘ ਦੀ ਗੱਲ ਆਪਾਂ ਕਰ ਰਹੇ ਸੀ। ਡਾਕਟਰ ਸ਼ੈਲਿੰਦਰ ਸਿੰਘ ਕਹਿੰਦੇ ਵੀ ਮੈਂ ਹੁਣ ਇੰਗਲੈਂਡ ਨੂੰ ਜਾਊਂਗਾ, ਉੱਥੋਂ ਪੜ੍ਹ ਕੇ ਆਊਂ। ਇੰਗਲੈਂਡ ਤੋਂ ਪੜ੍ਹਿਆ ਹੋਇਆਂ ਨੂੰ ਪ੍ਰਾਇਓਰਟੀ ਮਿਲਦੀ ਹੈ। ਸੋ ਪਰ ਕੀ ਹੈ ਇਸ ਦੇ ਵਿੱਚ? ਹੁਣ ਇਹ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਨਥਾਨੀ ਨੂੰ ਲੈਣ ਦੀ। ਜੈਰੀ ਬਰਾੜ 604-762-8899 ਬੈਸਟ ਡੀਲ ਔਨ ਬੈਸਟ ਰੇਟ 6047628889। ਜੈਰੀ ਬਰਾੜ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਕੰਸਟਰਕਸ਼ਨ ਤੁਸੀਂ ਮੌਰਗੇਜ ਲੈਣੀ ਹੈ ਤਾਂ ਜੈਰੀ ਬਰਾੜ ਨੂੰ ਯਾਦ ਰੱਖਿਓ। freewayMazda.ca 104 ਤੇ 154 ਤੇ। ਇਹ ਫਰੀਵੇ ਮਾਜ਼ਦਾ ਤੋਂ ਮਾਜ਼ਦਾ ਦੀਆਂ ਗੱਡੀਆਂ, ਮਾਜ਼ਦਾ ਜਿਹੜੀਆਂ ਕਾਰਾਂ ਨੇ SUV ਨੇ, ਐਜੈਕਸ ਕਾਰ ਆਫ ਦਾ ਈਅਰ, ਫਰੀਵੇ ਮਾਜ਼ਦਾ। ਡਾਕਟਰ ਨਥਾਨੀ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਨਥਾਨੀ ਜੀ, ਧੰਨਵਾਦ ਤੁਹਾਡਾ ਤੇ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਫॉर ਹੈਵਿੰਗ ਮੀ। ਧੰਨਵਾਦ ਬਹੁਤ ਬਹੁਤ ਤੁਹਾਡੇ ਸਮੇਂ ਲਈ। ਤੁਸੀਂ ਪੰਜਾਬੀ ਸਮਝਦੇ ਹੋ ਪਰ ਤੁਸੀਂ ਹਿੰਦੀ ਦੇ ਵਿੱਚ ਗੱਲ ਕਰ ਲਿਓ, ਪੰਜਾਬੀ ਦੇ ਵਿੱਚ ਮੈਂ ਸਵਾਲ ਤੁਹਾਨੂੰ ਪੁੱਛ ਲੈਣੇ ਨੇ। ਅੱਛਾ, ਪਹਿਲੇ ਤੇ ਗੱਲ ਧੰਨਵਾਦ ਤੁਹਾਡੇ ਸਮੇਂ ਲਈ। ਤੁਸੀਂ ਲੈਕਚਰ ਦੇ ਰਹੇ ਸੋ ਪਰ ਵਿੱਚੋਂ ਹੀ ਸਮਾਂ ਕੱਢਿਆ। ਪਹਿਲਾਂ ਤਾਂ ਆਪਣੇ ਬਾਰੇ ਥੋੜਾ ਜਿਹਾ ਦੱਸਿਓ ਜੀ ਸੁਣਨ वालियां ਨੂੰ। हाँ जी, मेरा नाम यश नथानी है। मैं ओरिजिनली वैंकूवर का रहने वाला हूँ। करंटली अभी मैं ओक्लाहोमा में पीडियाट्रिक इमरजेंसी मेडिसिन के तौर पे डॉक्टर का काम करता हूँ यूनिवर्सिटी ऑफ ओक्लाहोमा में। मैं ओरिजिनली बॉर्न इन इंडिया, बॉर्न इन बड़ौदा। फिर हम आए थे कनाडा जब मैं 12 साल का था। फिर हाई स्कूल के बाद मैंने मेड स्कूल ज्वाइन किया विद मणिपाल यूनिवर्सिटी साउथ इंडिया में। और उसके बाद मैं फिर वापस आया यूएस में क्लिनिकल रोटेशंस करने के लिए 2 साल। और उसके बाद मैंने रेजिडेंसी के लिए अप्लाई किया जो कि मुझे यूएस में मिली, न्यू जर्सी में। तो ये पिछले मेरे मेडिकल स्कूल मैंने शुरू किया था जब मैं 18 साल का था। रेजिडेंसी मैंने शुरू की जब मैं 25 साल का था। एंड अभी मैं यहाँ पे पिछले 4 साल से ओक्लाहोमा में काम कर रहा हूँ। ਅੱਛਾ ਡਾਕਟਰ ਨਥਾਨੀ, ਇਹ ਦੱਸਿਓ ਜੀ ਬਈ ਜਦ ਤੁਸੀਂ ਇੱਥੇ ਪੜ੍ਹ ਕੇ ਇੱਥੇ MCAT ਵਗੈਰਾ ਨਹੀਂ ਲਿਖਿਆ, ਤੁਹਾਨੂੰ ਐਡਮਿਸ਼ਨ ਕੈਨੇਡਾ ਦੇ ਵਿੱਚ ਨਹੀਂ ਮਿਲੀ ਮੈਡ ਸਕੂਲ ਦੇ ਵਿੱਚ? एक्चुअली जब मैं स्कूल में था, हाई स्कूल में था, तब मेरा मन था कि मैं बाहर जाके पढ़ाई करूं। मुझे हमेशा से पता था कि मैंने डॉक्टर बनना है, पर एक चांस था कि इंटरनेशनल पढ़ाई करना, इंटरनेशनल एक्सपीरियंस लेना। तो मैंने शुरुआत से ही मेरा प्लान था कि मैं कनाडा के बाहर पढ़ने जाऊंगा, जो कि मुझे बहुत फायदेमंद हुआ उस एक्सपीरियंस का। मैंने उस मेडिकल स्कूल के दौरान मैंने इंडिया सारा घूमा। इंडिया में अपने फैमिली और फ्रेंड्स के साथ फिर रिकनेक्ट किया। और जब मैं फिर वापस पढ़ने आया यूएस में, फिर मुझे सारे यूएस के अलग अलग हॉस्पिटल सिस्टम्स का एक्सपीरियंस मिला, अलग अलग लोगों से मिलने को मिला। तो एज फार एज करियर हिसाब से और पर्सनल ग्रोथ के हिसाब से ये मेरे लिए बहुत अच्छा था इंटरनेशनली जाना। और आई थिंक उसके कारण आई एम अ बेटर डॉक्टर आज, बिकॉज वो मेरा जो एक्सपीरियंस रहा है अलग अलग कम्युनिटीज के साथ, अलग अलग लोगों के साथ, अलग अलग हॉस्पिटल सिस्टम्स में जो मेरा मेरे एक्सपीरियंस से मेरा ग्रोथ हुआ था। जी जी। अच्छा, हुण डॉक्टर नथानी वापस आउणा चाहुंदे हो वैनकूवर, हुण इत्थे डॉक्टर नहीं बन सकदे आके तुसीं, हुण की इशू है, हर्डल की है? हर्डल अलग अलग लेवल पे बहुत सारी हैं करंटली, राइट। आज अगर मैं मेड स्कूल जो कि कनाडा में करता हूँ फिर तो कोई प्रॉब्लम ही नहीं है, राइट। अगर मैंने बता दिया कि मुझे वैंकूवर आना है, रिलेटिवली इजीली मिल जाएगी। पर जो कि अगर मैं बाहर से हूँ और मैं कैनेडियन सिटीजन जो अगर मेरा एग्जाम्पल ले लो, अगर मुझे रेजिडेंसी कनाडा में करनी होती तो मुझे पहले कनाडा के एग्जाम्स लिखने पड़ते, जो कि उसमें कोई गलत बात नहीं है। हर कंट्री के अपने क्वालिफाइंग एग्जाम्स होते हैं, सर्टिफिकेशन एग्जाम्स होते हैं। पर प्रॉब्लम तब आता है कि जब मैंने वही एग्जाम जो कि कैनेडियन स्टूडेंट्स लिख चुके हैं और मेरे स्कोर्स अगर समझो सब बराबर हैं, मुझे फर्स्ट इटरेशन में चांस ही नहीं मिलता, राइट। जो इंटरनेशनल स्टूडेंट्स हैं और इंटरनेशनल मेडिकल ग्रेजुएट्स हैं, जो कि भले कैनेडियन रेजिडेंट्स हो या ना हो, कैनेडियन सिटीजन हो या ना हो, उनको फर्स्ट राउंड जो मैचिंग होता है अलग अलग
हॉस्पिटल्स में, अलग अलग स्पेशलिटीज में, वो फर्स्ट राउंड में इंटरनेशनल स्टूडेंट्स को कंसिडर ही नहीं करते, राइट? वो पहले सारे कैनेडियन स्टूडेंट से वो स्पॉट्स फिल हो जाती हैं, फिर जो बाकी में बच जाती हैं उनमें बाकियों को कंसिडर करते हैं, और बाकी में आते हैं हम जैसे लोग जो कि बाहर पढ़ने गए थे, जिनके पास बाहर से डॉक्टर की डिग्री है, जिन्होंने सेम एग्जाम लिख के पास करके अप्लाई किया था, राइट? तो थोड़ा डिस्करेजिंग हो जाता है जबकि पता है कि आपको जो स्पॉट मिलेंगी वो किसी और को नहीं चाहिए थी, तब मिल रही हैं, जबकि एज फार एज एजुकेशन, एज फार एज एक्सपीरियंस, एज फार एज क्वालिफाइंग एग्जाम्स कंसर्न्ड हैं, हमने भी वही सारा काम किया जो बाकी सारे डॉक्टर स्टूडेंट्स ने किया है जी। तो और समझो अगर और मिलेंगी भी फैमिली मेडिसिन में, साइकाइट्री में, जो कि जिनकी बहुत जरूरत है कनाडा में, पर आज मैंने पीडियाट्रिक्स करना था। पीडियाट्रिक्स का मुझे कनाडा में बहुत कम चांस था। मुझे इमरजेंसी मेडिसिन करनी थी, जो कि मैं आज कर रहा हूँ, पीडियाट्रिक इमरजेंसी मेडिसिन, उसका ऑलमोस्ट 0 चांस था मिलने का, राइट? सो इस तरह से आप जो डॉक्टर, जो स्टूडेंट्स हैं, जो ऑलमोस्ट डॉक्टर्स हैं, उनको आप फोर्स कर रहे हो कि आप कुछ ऐसा करो जो कि कनाडा में शायद आपका करियर चॉइस ना हो, और शायद ऐसी जगह पे हो जहां आपको नहीं जाना हो। और जो करके मैं अभी वापस आना चाहूँ, जबकि मैंने सारी ट्रेनिंग वगैरह कर ली है, अभी भी प्रॉब्लम इधर आता है कि मुझे फिर एग्जाम लिखने पड़ेंगे। अगेन कोई प्रॉब्लम नहीं है उसमें, कनाडा अपने रूल्स रख रहा है कि उनको भी विश्वास होना चाहिए कि मैं इक्वली गुड डॉक्टर हूं जो कि कनाडा से आ रहे हैं, तो सेम एग्जाम्स मुझे लिखवा रहे हैं जी। पर उसके बाद भी 6 months to 9 months, समटाइम्स अप टू 1 year का प्रोसेस होता है पेपर वर्क में, राइट? तो 1 साल मैं अपनी यहाँ जॉब छोड़ के वहां पेपर वर्क में लग जाऊं, जो कि कोई सेंस नहीं बनता, और 1 साल के बाद भी कोई गारंटी नहीं है कि मुझे वहां पे जॉब मिलेगी जी। वो क्वालिफाई तो हो जाऊंगा, सर्टिफाई कर देंगे 1 साल में, जो इतना सारा पेपर वर्क है, चलो कर दिया, फिर उसके बाद भी कोई गारंटी नहीं है कि आपको जॉब मिलेगी वहां। अच्छा डॉक्टर साहब, ਇਹ ਜਦ ਕੈਨੇਡੀਅਨ ਔਰ ਅਮਰੀਕਨ ਸਟੈਂਡਰਡ ਦਾ ਕੀ ਫਰਕ ਹੈ? ਜਦ ਤੁਸੀਂ ਅਮਰੀਕਾ 'ਚ ਪ੍ਰੈਕਟਿਸ ਕਰ ਰਹੇ ਹੋ, ਤੁਹਾਨੂੰ ਕਿਉਂ ਨਹੀਂ ਕੰਸੀਡਰ ਕਰਦੇ ਉਹ? ਕਹਿੰਦੇ ਕੀ ਨੇ, ਨੋਟਸ ਕਿੱਥੇ ਨੇ? यही क्वेश्चन हम बार बार पूछे जा रहे हैं कि क्या फर्क है, जबकि हर एक अलग फील्ड में आप कनाडा और यूएस को इक्वल मानते हो, वेदर इंजीनियरिंग हो या प्लम्बिंग हो या लैब में कोई काम कर रहा हो, जबकि डिग्री इक्वल है, जबकि आपने सर्टिफाइंग एग्जाम्स देख लिए हैं एंड कन्विंस कर लिया है कि इक्वल हैं सारे स्टूडेंट्स एंड ट्रेनिंग एंड एजुकेशन, उसके बाद भी इतनी हर्डल्स लगाना कोई सेंस नहीं बनता। इसके लिए काफी सारे जो यूएस में पढ़ते हैं वो यूएस में ही रह जाते हैं, बिकॉज कमिंग बैक बहुत मुश्किल है। सो ये ਜਿਹੜੇ ਅਮਰੀਕਨ ਐਫੀਲੀਏਟਡ ਯੂਨੀਵਰਸਿਟੀ ਨੇ, ਮੈਡ ਸਕੂਲਸ ਨੇ, ਜਿਵੇਂ ਤੁਸੀਂ ਮਨੀਪਾਲ ਦੀ ਗੱਲ ਕਰਦੇ ਹੋ, ਜਿਹੜੇ ਕੈਰੇਬੀਅਨ ਦੇ ਵਿੱਚ ਪੜ੍ਹਨ ਜਾਂਦੇ ਆ ਬੱਚੇ ਸਾਡੇ, ਉਹ ਵੀ ਸੇਮ ਇਹ ਪਾਥ ਹੈ ਜਿੱਥੇ ਤੁਸੀਂ ਹੁਣ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ? ਹਾਂਜੀ ਹਾਂਜੀ ਹਾਂਜੀ। सो बिल्कुल सेम है, जो भले कैरेबियन से हो या लंदन से हो या मणिपाल से हो या इंडोनेशिया से हो या पोलैंड से हो, राइट? उनको भी यही सारे स्टेप्स करने पड़ते हैं जो मुझे करने पड़ते जो अगर मैं कनाडा वापस आना चाहूँ। अच्छा डॉक्टर नथानी, जे तुसी अमेरिकन एफिलिएटेड मैड स्कूल च ना पढ़े हुंदे, ਜੇ ਮਤਲਬ ਡਾਕਟਰ ਸ਼ਲਿੰਦਰਾ ਸਿੰਘ ਨਾਲ ਮੈਂ ਪਿਛਲੇ ਦਿਨੀ ਗੱਲ ਕਰ, ਜੇ ਤੁਸੀਂ ਪੰਜਾਬ ਤੋਂ ਜਾਂ ਕਿਸੇ ਭਾਰਤ ਦੇ ਕਿਸੇ ਕਾਲਜ ਤੋਂ ਡਿਗਰੀ ਕੀਤੀ ਹੁੰਦੀ, ਫਿਰ ਤੁਸੀਂ ਅਮਰੀਕਾ ਤੇ ਕੈਨੇਡਾ ਦੇ ਵਿੱਚ ਦੋਨਾਂ 'ਚ ਜੇ ਪ੍ਰੈਕਟਿਸ ਕਰਨੀ ਹੁੰਦੀ, ਅਮਰੀਕਾ 'ਚ ਕਰਨੀ ਸੌਖੀ ਹੁੰਦੀ? हाँ जी, बिकॉज यहाँ पे एक तो स्पॉट्स ज्यादा हैं और इतना डिस्क्रिमिनेशन नहीं होता जो कि आपको फर्स्ट चांस में कंसिडर नहीं करते, जो कि कनाडा करता है, राइट? आज अगर आप में यूएस में आपके क्वालिफाइंग स्कोर्स अच्छे हैं, इक्वल हैं जो यूएस ग्रेजुएट्स के हैं, देन एटलीस्ट आपको फेयर चांस मिलता है अप्लाई करने का, राइट? आपको फेयर चांस मिलता है फर्स्ट राउंड में कंसिडर होने का। नाउ डिफिकल्टीज आती हैं वीजा के चक्कर में, वीजा का पेपर वर्क बहुत होता है, राइट? बट आई थिंक वो जो बच्चे पढ़ के आते हैं बाहर से, वो समझते हैं कि वो रिस्क है, वो प्रोसेस है ही है, राइट? आज इमिग्रेशन का प्रोसेस तो कोई चेंज नहीं कर सकता, वो तो चलो जो यूएस का प्रोसेस है, जो कनाडा का प्रोसेस है वीजा का, वो स्टैंडर्ड प्रोसेस है, राइट? वो डिस्क्रिमिनेटरी नहीं है, भले आप यूके से हो या पंजाब से हो या चाइना से हो, राइट? वो डिस्क्रिमिनेटरी प्रोसेस नहीं है जी। पर आपके अगर स्कोर्स इक्वल हैं, आपके स्कोर्स अच्छे हैं, आपकी एप्लीकेशन अच्छी है,
राइट आपको फेयर चांस मिलता है, जो आपकी मनपसंद फील्ड हो, जो आपकी मनपसंद जगह हो, आपको फेयर चांस मिलता है वहां अप्लाई करने का और मैच होने का। ਤੇ ਡਾਕਟਰ ਨਥਾਨੀ, ਇਹ ਤਾਂ ਜਦ ਤੁਸੀਂ ਕੈਨੇਡਾ ਦੇ ਵਿੱਚ ਵਾਪਸ ਆਉਣਾ, ਬੇਸਿਕਲੀ ਸਿਸਟਮ ਕਿਹੜਾ ਸਕੂਲ ਆ ਜਿਹੜਾ ਫੈਮਿਲੀ ਫਿਜ਼ੀਸ਼ੀਅਨ ਉਹ ਰੋਕਦਾ, ਗਵਰਨਮੈਂਟ ਰੋਕਦੀ ਆ, ਕੌਣ ਜਾਂ ਯੂਨੀਵਰਸਿਟੀ ਰੋਕਦੀਆਂ ਨੇ, ਬਾਹਰ ਕਿੱਥੇ ਲਾਈ ਹੋਈ ਆ, ਡੰਡਾ ਕਿੱਥੇ ਫਸਾਇਆ ਹੋਇਆ? आई थिंक जिस तरह से मेरी अंडरस्टैंडिंग है, हर जगह हर लेवल पे प्रॉब्लम आती है, राइट। आज अगर बीसी का ही ले लो, यूबीसी का बहुत ज्यादा कंट्रोल है कि कौन प्रैक्टिस कर सकता है बीसी में, कौन नहीं कर सकता। यूनिवर्सिटी ब्रिटिश कोलंबिया एक वो स्टेप है। दूसरा स्टेप है हॉस्पिटल्स, राइट। आज हॉस्पिटल्स में अभी भी उनका वो नजरिया है कि बाहर से आया है, मे बी इक्वल नहीं है डॉक्टर, मे बी हमारे कनाडा के डॉक्टर ज्यादा अच्छे हैं, मे बी हो सकता है, आई एम नॉट सेइंग नो, बट अगर जब एक बार जो हमें एग्जाम करवाए हैं, अगर वो उनके स्कोर सेम हैं तो क्या फर्क है? आज वही आपके एग्जाम्स हैं जो डिटरमिन करता है कि क्या कौन किस लेवल पे है, राइट। अगर वो सही है तो हॉस्पिटल को क्या फर्क पड़ना चाहिए? एंड देन द अदर बिग स्टेप है जो कि हेल्थ कनाडा, वो पेपर वर्क में जो कि काम में भी होगा 1-2 महीने का, वो 1 साल लगा देते हैं कभी कभी जी। अच्छा डॉक्टर साहब, एक भी दस्यो कोई लूप भी है इत्थे रैफरल ते हैल्प इस सिस्टम दे विच? कोई अमेरिकन तुसीं हो, तुहाडा कॉन्टैक्ट्स नहीं है, जां यूबीसी च मिनिस्ट्री च कॉलेज दे विच, जां तुहाडा कोई डॉक्टर है इत्थे है नहीं, तुसीं आ नहीं सकते, कोई नोन है किसी दा, कोई किसी नूं पता है भी आह रस्ता है, इस तरह मदद हो जाती है जी? कुछ डॉक्टर ने जिहड़े मैडिकल पढ़ के आए ने बाहर, वो बहुत जल्दी इत्थे आ जाते हैं, कर सकते हैं। एंड अगेन कॉन्टैक्ट पे शायद कुछ हो जाए, बट आज कितने लोगों के पास इतने हाई लेवल के कॉन्टैक्ट हैं? आज आम बच्चा जो कि बेचारा 9-10 साल से डॉक्टरी में मेहनत कर रहा है, वो कहाँ से वो डिस्करेज हो जाएगा ना कि अगर सारा कुछ कॉन्टैक्ट से ही होता है, सारा कुछ पहचान से ही होता है, तो बोलेगा कनाडा क्यों आना है? यूएस में अच्छी वाली जॉब चल रही है, करियर बन रहा है, तो क्यों आएगा कनाडा इतनी मेहनत, इतना स्ट्रगल करने? सो हुण तुसीं ये सोची बैठे हो बई ओक्लाहोमा इज बेस्ट, फिर मन दे विच ये आ गया भी इत्थे सैटल हो जाना? नॉट नेसेसरली ओक्लाहोमा, बट आई थिंक एज ऑफ नाउ यूएस में, बिकॉज यूएस मुझे अलाउ कर रहा है मेरा करियर एडवांस करने का, मेरा करियर कंटिन्यू करने का, राइट। आज सारे बच्चे जो मेडिकल स्कूल जाते हैं उनके पास 1-2 लाख का लोन होता है, कभी कभी ज्यादा होता है। आज वो भी तो देखना है, राइट। तो लोन चढ़ते जा रहे हैं, फैमिली सेट करनी है, एज कम होती नहीं है, राइट। आज ऐसा तो नहीं है कि आप इंजीनियरिंग में 22 साल में निकल के आप जॉब कर रहे हो। मोस्ट डॉक्टर्स जब कमाना शुरू करते हैं वो 25, 26, 28, कभी कभी 30 साल के होते हैं जब शुरू करते हैं, जी जी राइट जी। तो उसके बाद और 2-3 साल स्ट्रगल करना जस्ट टू कम बैक टू कनाडा काफी उनके लिए मुश्किल होता है। बिल्कुल ठीक है। अच्छा, एक होर मैं तुहाडे तो पुछना चाहुंदा डॉक्टर साहब, ये कनेडियन गवर्नमेंट तो बिना जिहड़े प्रोविंस है जां बीसी आ, ਇਹ ਕਿਤੇ ਇਹ ਤਾਂ ਨਹੀਂ ਹੈ ਵੀ ਡਾਕਟਰਾਂ ਦੀ ਸ਼ਾਰਟੇਜ ਹੈ ਨਹੀਂ ਇੱਥੇ, ਵੀ ਇਹਨਾਂ ਨੂੰ ਨਵੇਂ ਡਾਕਟਰ ਚਾਹੀਦੇ ਨਹੀਂ? ਜਿੰਨੇ ਡਾਕਟਰ ਇਹਨਾਂ ਨੂੰ ਮਿਲ ਰਹੇ ਨੇ ਹਰ ਸਾਲ 3000 ਦੇ ਕਰੀਬ ਡਾਕਟਰ ਨੇ ਮੈਨੂੰ ਪਤਾ ਲੱਗਿਆ, ਤੇ ਉਹਦੇ ਵਿੱਚ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ? ਇਸ ਤਰ੍ਹਾਂ ਤਾਂ ਨਹੀਂ ਹੈ ਵੀ ਸਾਨੂੰ ਜ਼ਰੂਰਤ ਨਹੀਂ, ਅਸੀਂ ਕਿਉਂ ਲਈਏ ਬਾਹਰਲੇ ਜਿਹੜੇ IMG? आई थिंक आज मे बी जो नंबर्स यूबीसी पब्लिश करता है या ब्रिटिश कोलंबिया की गवर्नमेंट पब्लिश करती है, एक स्टोरी बताती है, बट आप आम आदमी से पूछो, आम फैमिली से पूछो, कितना टाइम लगता है डॉक्टर के अपॉइंटमेंट मिलने का? आज अगर आपको इमरजेंसी होती है, कितना टाइम इमरजेंसी रूम में बैठना पड़ता है, राइट। वो कुछ अलग ही स्टोरी बताती है, राइट। आज चलो वैंकूवर या सरी में या ब्रैम्पटन अगर टोरंटो ले लो या मिसिसागा ले लो टोरंटो में, उधर हैं क्योंकि सारे लोग वहां रहते हैं, वहां सारों को प्रैक्टिस करना अच्छा लगता है, वहां पे बिजनेस खोलना अच्छा लगता है। पर आज जो थोड़ा बाहर निकल जाओ, राइट, आज थोड़ा नॉर्थ चले जाओ या थोड़ा ईस्ट चले जाओ, वहां पे डॉक्टर और स्पेशलिस्ट की बहुत कमी है, राइट। आज अब कैमलूप से लोग वैंकूवर आते हैं सिंपल अपॉइंटमेंट के लिए, जबकि आपके पास बने बनाए डॉक्टर यूएस से बैठे हैं, आने के लिए तैयार हैं, पर उनका पाथ बहुत मुश्किल कर दिया है, राइट। सो आई एम सेइंग मे बी जो स्टोरी यूबीसी बता रही है कुछ और है, जो स्टोरी आप जनरल पब्लिक से पूछो वो कुछ और है। बिल्कुल ठीक है। पिछले दिनी फ्रेजर इंस्टीट्यूट तो उन्होंने डायरैक्टर बाकस बरुआ मेरे नाल गलबात कर रहे सी। बरुआ उन्होंने दस्सिया कि
ਜਿਹੜਾ 93 ਚ 6 ਵੀਕ ਦਾ ਇੱਕ ਫੈਮਿਲੀ ਫਿਜ਼ੀਸ਼ੀਅਨ ਤੋਂ ਸਪੈਸ਼ਲਿਸਟ ਤੱਕ ਜਾਣ ਦਾ ਸਮਾਂ ਸੀ 7 ਵੀਕਸ ਸੀ, ਜਿਹੜਾ ਕਿ ਹੁਣ 26 ਵੀਕਸ ਹੈ। ਅਤੇ ਯੂਨੀਵਰਸਲ ਹੈਲਥ ਕੇਅਰ ਸਵੀਡਨ ਨਾਰਵੇ ਦੇ ਵਿੱਚ 6 to 7 ਵੀਕ ਹੈ ਫੈਮਿਲੀ ਫਿਜ਼ੀਸ਼ੀਅਨ ਤੋਂ ਜਾ ਕੇ ਸਪੈਸ਼ਲਿਸਟ ਤੱਕ ਜਾਣਾ। ਸੋ ਇਹ ਦੱਸ ਨਹੀਂ ਰਹੇ, ਮੈਨੂੰ ਇਹ ਵੀ ਪਤਾ ਲੱਗਿਆ ਸਕੁਐਜ਼ਮਾ ਦੇ ਪ੍ਰੈਜ਼ੀਡੈਂਟ ਰੋਜ਼ਮੈਰੀ ਨੇ ਦੱਸਿਆ ਕਿ ਇਹ ਬੇਸਿਕਲੀ ਕੀ ਕਰਦੇ ਆ, ਬਜਟ ਡਿਵਾਈਡਡ ਬਾਈ ਫਿਜ਼ੀਸ਼ੀਅਨਸ, ਫਿਰ ਉਨੀਆਂ ਹੀ ਦੱਸਦੇ ਆ ਵੀ ਇੰਨੇ ਫਿਜ਼ੀਸ਼ੀਅਨ ਹੈ, ਇੰਨੇ ਫਿਜ਼ੀਸ਼ੀਅਨ है, ਇੰਨੇ ਫਿਜ਼ੀਸ਼ੀਅन। सो डॉक्टर नथानी वो नीड के हिसाब से नहीं है। हाँ, आज बजट के हिसाब से, आज पब्लिक की नीड्स जो हैं उसके हिसाब से एलोकेशन नहीं हो रहा है डॉक्टर्स का। यस। सो की कहना चाਹੁੰਦੇ ਹੋ, ਮੈਨੂੰ ਇਹ ਵੀ ਪਤਾ ਤੁਸੀਂ ਐਫੀਡੇਵਿਟ ਵੀ ਇੱਕ ਦਿੱਤਾ ਹੋਇਆ, ਫਾਈਟ ਕਰ ਰਹੇ ਹੋ ਤੇ ਫੈਮਿਲੀ ਪਿੱਛੇ ਆ ਵੈਨਕੂਵਰ ਦੇ ਵਿੱਚ, ਉਹਨਾਂ ਨੂੰ ਵੀ ਮਿਸ ਕਰਦੇ ਹੋ ਤੇ ਬੇਸਿਕ ਔਰ ਉਹਦੇ ਬਾਅਦ ਟੈਕਸ ਪੇਅਰਸ ਇੱਥੇ ਪੇਰੈਂਟਸ ਨੇ, ਤੁਸੀਂ ਉਹ ਇਨਫਰਾਸਟਰਕਚਰ ਲਈ ਮਨੀ ਦਿੱਤੀ, ਇੱਥੇ ਪੜ੍ਹ ਕੇ ਗਏ, ਪੜ੍ਹਨ ਤੋਂ ਬਾਅਦ ਵਾਪਸ ਆ ਕੇ ਤੇ ਕੈਨੇਡਾ ਆਉਣ ਦੇ ਲਈ ਹੁਣ ਦੁਖੀ ਹੋ। ਡਾਕਟਰ ਤਾਂ ਹੈਗੇ ਹੋ, ਡਾਕਟਰ ਅਮਰੀਕਾ ਦੇ ਵਿੱਚ ਸਾਰੀ ਜ਼ਿੰਦਗੀ ਰਹੋਗੇ, ਤਰੱਕੀ ਹੋ ਜੂ, ਪਰ ਫਿਰ ਵੀ ਹੋਮ ਟਾਊਨ ਇਜ਼ ਹੋਮ ਟਾਊਨ। ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸੁਣਨ ਵਾਲਿਆਂ ਨੂੰ? आई थिंक मैं ये कहना चाहूंगा कि आज कनाडा लोग आते हैं बिकॉज कनाडा की इमेज वर्ल्ड में है कि वो डिस्क्रिमिनेट नहीं करता, राइट। आज न्यूज में आता है कि यहाँ से रेफ्यूजी ले लिए, यहाँ जाके हेल्प की, वहां जाके हेल्प की, बट अपने ही सिटीजन्स को सेकंड ग्रेड सिटीजन्स बना के रख दिया है कोई सिचुएशन में, जैसे मेरी है नाउ। ओवरऑल मेरी सिचुएशन जैसे लोग बहुत कम हैं इन द ग्रैंड स्कीम ऑफ थिंग्स, राइट। आज जनरल पब्लिक जो कनाडा की पॉपुलेशन है उसके हिसाब से हम जैसे लोग कम हैं, बट फिर भी हम कैनेडियन सिटीजन हैं, राइट। वी कंट्रीब्यूटेड टू कनाडा जब बड़े हो रहे थे, वी वेंट टू द स्कूल सिस्टम, माय पेरेंट्स पेड टैक्सेस, राइट। सो एंड हियर्स जो लगता है, आई एम विलिंग टू हेल्प, आई एम विलिंग टू कम बैक एंड हेल्प द पीपल ऑफ कनाडा, आई एम विलिंग टू कम बैक एंड हेल्प द पीपल ऑफ वैंकूवर, जो कि मैंने इतनी 12 साल पढ़ाई की है, 16 साल पढ़ाई की है, राइट। मेरा जो एक्सपर्टीज है, मेरा जो एक्सपीरियंस है, मेरा जो नॉलेज है, राइट जी, मुझे ये है कि मैं अपने घर आके लोगों की हेल्प करूंगा। डॉक्टर लोग क्यों बनते हैं? चलो पैसे वैसे ठीक हैं जो हैं, बट अल्टीमेटली इवन टुडे जो आज आम बच्चा जो डॉक्टर बनना चाहता है, वो लोगों की हेल्प करने के लिए बनता है, बिल्कुल ठीक, राइट। आज करियर अच्छा है, रिस्पेक्ट अच्छी मिलती है, ऑल दैट इज गुड, but ultimately the goal is still to help people, right? Yes. I would love to help people of Canada. I would love to help the people of Vancouver and BC, right? Because I have a special set of education and skills. And I'm trying to help my own people, right? My own countrymen, but I cannot. Right? If I had a choice, I would gladly come back if the path was easy to Canada. If the path was fair. Not even easy. I'm not saying make it easy. I'm saying make it fair. Yes, yes. Right? Whatever is fair, make it fair. Don't discriminate just because I took a different path. ਡਾਕਟਰ ਨਥਾਨੀ, ਧੰਨਵਾਦ। ਤੁਸੀਂ ਬਹੁਤ ਬਿਜੀ ਸੋ, ਲੈਕਚਰ ਦੇ ਵਿੱਚ ਸੀ, ਫਿਰ ਵੀ ਸਾਡੇ ਲਈ ਸਮਾਂ ਕੱਢਿਆ। ਫਿਰ ਕਿਸੇ ਦਿਨ ਦੁਆਰਾ ਫਿਰ ਤੁਹਾਡਾ ਸਮਾਂ ਸੈੱਟ ਕਰਕੇ ਆਪਾਂ ਇਹਨੂੰ ਹੋਰ ਐਲੈਬੋਰੇਟ ਕਰਾਂਗੇ। ਬੈਸਟ ਵਿਸ਼ੇਜ਼ ਫਰੋਮ ਵੈਨਕੂਵਰ। ਧੰਨਵਾਦ ਬਹੁਤ ਬਹੁਤ। ਥੈਂਕ ਯੂ। Thank you. Thank you. Happy New Year to everybody. Happy New Year to you as well. Thank you. ਡਾਕਟਰ ਯਸ਼ ਨਥਾਨੀ ਤੁਸੀਂ ਸੁਣ ਰਹੇ ਹੋ। ਯੂਨੀਵਰਸਿਟੀ ਆਫ ਓਕਲਹੋਮਾ ਦੇ ਵਿੱਚ ਐਮਰਜੈਂਸੀ ਮੈਡੀਸਨ ਦੇ ਅਤੇ ਬੱਚਿਆਂ ਦੇ ਉਹ ਡਾਕਟਰ ਨੇ, ਲੈਕਚਰ ਦੇ ਰਹੇ ਸਨ, ਉਹ ਪੜ੍ਹਾ ਰਹੇ ਸੀ ਬੱਚਿਆਂ ਨੂੰ, ਪਰ ਕੈਨੇਡਾ ਦੇ ਵਿੱਚ ਵੈਨਕੂਵਰ 'ਚ ਉਡਾ ਕੇ ਡਾਕਟਰ ਨਹੀਂ ਬਣ ਸਕਦੇ। ਜਿਹੜੇ ਇੰਟਰਨੈਟ ਯੂਜ਼ ਕਰ ਸਕਦੇ ਨੇ ਉਹ ਸਕੈਜ਼ਮਾ 'ਤੇ SOCASMA ਇੱਥੇ ਜਾ ਕੇ ਸੋਸਾਇਟੀ ਆਫ ਕੈਨੇਡੀਅਨ ਸਟੱਡਿੰਗ ਮੈਡੀਸਨ ਅਬਰੋਡ, ਇੱਥੇ ਜਾ ਕੇ ਵੇਖਿਓ ਇਹਨਾਂ ਦੀਆਂ ਡਾਕਟਰਾਂ ਦੀਆਂ ਜ਼ਿੰਦਗੀ ਦੀਆਂ ਆਪਣੀਆਂ ਮਿਹਨਤਾਂ ਅਤੇ ਉਹ ਕਿਸ ਤਰ੍ਹਾਂ ਤੰਗ ਨੇ, ਉਹ ਬਹੁਤ ਜਾਣਕਾਰੀ ਹੈ ਇੱਥੇ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਕੱਲ੍ਹ ਮਾਂ ਬੋਲੀ ਪੰਜਾਬੀ ਦੇ ਲਈ ਫੇਰ ਗੱਲਬਾਤ ਕਰਾਂਗੇ, ਪ੍ਰੋਫੈਸਰ ਵਿਰਕ ਹੋਣਾ ਨੂੰ ਲੈ ਕੇ ਆਵਾਂਗੇ। ਰੱਬ ਰਾਖਾ।